ਕੁਲਦੀਪ ਧਾਲੀਵਾਲ ਦੇ ਸਵਾਲਾਂ ਦੇ ਜਵਾਬ ਬੰਟੀ ਰਮਾਣਾ ਨੇ ਦਿੱਤੇ ਨੇ। ਦਰਅਸਲ ਕੁਲਦੀਪ ਧਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬਾਦਲ ਸਰਕਾਰ ਤੇ ਕਾਫੀ ਸਵਾਲ ਖੜੇ ਕੀਤੇ ਸੀ ਕਿ ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੋਈ, ਗੋਲੀकांड ਹੋਇਆ, ਜਿਹਦਾ ਹਜੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ ਹੈ। ਨਾਲ ਦੀ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਬੰਟੀ ਰਮਾਣਾ ਨੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਬੰਟੀ ਰਮਾਣਾ ਦਾ ਕਹਿਣਾ ਹੈ ਕਿ ਜਦੋਂ ਗੋਲੀकांड ਹੋਇਆ ਉਦੋਂ ਭਾਵੇਂ ਸਾਡੀ ਸਰਕਾਰ ਸੀ, ਪਰ ਇਹ ਜਿਹੜੀ ਇਨਕੁਆਇਰੀ ਹੈ ਉਹ ਸਾਡੇ ਹੱਥ ਨਹੀਂ ਦਿੱਤੀ, ਉਹ CBI ਦੇ ਹੱਥ ਦੇ ਦਿੱਤੀ। ਤਾਂ ਕਰਕੇ ਇਹ ਇਨਸਾਫ ਹਲੇ ਤੱਕ ਲੋਕ ਲੜਕਦੇ ਆ ਰਹੇ ਨੇ, ਹਲੇ ਤੱਕ ਇਨਸਾਫ ਨਹੀਂ ਮਿਲ ਚੁੱਕਿਆ। ਜੇ ਸਾਡੇ ਕੋਲ ਇਨਕੁਆਇਰੀ ਹੁੰਦੀ ਤਾਂ ਇਹਦਾ ਇਨਸਾਫ ਬਹੁਤ ਛੇਤੀ ਮਿਲ ਜਾਂਦਾ। ਇਸ ਮੌਕੇ ਹੋਰ ਬੰਟੀ ਰਮਾਣਾ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ। फतेह अर्ज है जी। वाहिगुरु जी का खालसा, वाहिगुरु जी की फतेह। एक बड़ा अहम मुद्दा पंजाब दे नाल जुड़िया, सिखां दे नाल जुड़िया, दुनिया भर दे विच वसे पंजाबियां, नानक नाम लेवा संगत नाल जुड़िया, इंसानियत नाल जुड़िया, जिहदी पीड़ा आपां सारे आपदे पिंडे ते हंडा रहे हैं। कल पंजाब दे मंत्री कुलदीप धालीवाल उन्हां दी मैं प्रैस कॉन्फ्रेंस देखी, जिहदे च ਜਿਹੜਾ ਦੁਖਾਂਤ ਅੱਜ ਤੋਂ 7 ਸਾਲ ਪਹਿਲਾਂ ਵਾਪਰਿਆ ਸੀ, ਬੇਅਦਬੀਆਂ ਹੋਈਆਂ, ਉਸ ਤੋਂ ਬਾਅਦ ਸਾਡੇ ਭਰਾ ਸ਼ਹੀਦ ਹੋਏ, ਉਸ ਮਸਲੇ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਵਾਪਰਿਆ, ਸਾਡੀ ਸਰਕਾਰ ਦੌਰਾਨ ਵਾਪਰਿਆ। ਇਹ ਅਸੀਂ ਪਹਿਲਾਂ ਵੀ 100 ਵਾਰ ਕਹਿ ਚੁੱਕੇ ਹਾਂ, ਸਾਰੀ ਜ਼ਿੰਦਗੀ ਇਸ ਗੱਲ ਦਾ ਦੁੱਖ ਰਹੂਗਾ। ਉਸ ਤੋਂ ਵੱਡੀ ਦੁੱਖ ਦੀ ਗੱਲ ਇਹ कि 7 साल ही हो गए जिस दिन तो यह दुखांत वापरिया। ਇਹਦੇ ਤੇ सियासत गंदी राजनीति, नीवें पद्धर ਦੀ राजनीति, सियासी रोटियां सेकण ਲਈ राजनीति कांग्रेस पार्टी, आम आदमी पार्टी ਤੇ ਇਹਨਾਂ ਦੇ ਏਜੰਟਾਂ ਵੱਲੋਂ ਉਸ ਦਿਨ ਤੋਂ ਸ਼ੁਰੂ ਹੋਈ। ਕੱਲ ਕਈ ਇਸ਼ੂਜ਼ ਕੁਲਦੀਪ ਧਾਲੀਵਾਲ ਜੀ ਨੇ ਰੇਜ਼ ਕੀਤੇ, ਕਿਉਂਕਿ ਕੋਈ ਗੱਲ ਦਾ ਜੇ ਜਵਾਬ ਨਾ ਦਿੱਤਾ ਜਾਵੇ, ਸਿਆਣੇ ਕਹਿੰਦੇ ਜੇ ਝੂਠ ਵੀ ਕੋਈ 100 ਵਾਰੀ ਬੋਲਦੇ ਤਾਂ ਲੋਕ ਉਹਨੂੰ ਸੱਚ ਸਮਝਣ ਲੱਗ ਜਾਂਦੇ ਆ। ਮੈਂ ਅੱਜ ਉਸ ਕਰਕੇ ਉਹਨਾਂ ਗੱਲਾਂ ਦਾ ਜਵਾਬ ਦੇਣ ਲੱਗਿਆ। ਪਹਿਲੀ ਗੱਲ ਜਿਹੜੀ ਕੁਲਦੀਪ ਧਾਲੀਵਾਲ ਮੰਤਰੀ ਸਾਹਿਬ ਨੇ ਰੇਜ਼ ਕੀਤੀ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ CM ਤੇ ਹੋਮ ਮਿਨਿਸਟਰ ਸੀ, ਤੇ 2.5 ਸਾਲ ਦਾ ਇਹਨਾਂ ਕੋਲੇ ਸਮਾਂ ਸੀ ਤੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਪਹਿਲੀ ਗੱਲ ਤਾਂ ਮੈਂ ਧਾਲੀਵਾਲ ਸਾਹਿਬ ਜਾਂ ਤਾਂ ਇਗਨੋਰੈਂਟ ਹੈ ਜਾਂ ਅਣਜਾਣ ਹੈ ਜਾਂ ਜਾਣ ਕੇ ਗੁੰਮਰਾਹ ਕਰ ਰਹੇ ਹੈ। 2.5 ਸਾਲ ਨਹੀਂ ਸੀ, ਇਹ ਅਕਤੂਬਰ 2015 ਦੀਆਂ ਦੁਖਦਾਈ ਘਟਨਾਵਾਂ ਹੈ ਤੇ ਜਨਵਰੀ ਦੇ ਵਿੱਚ ਇਲੈਕਸ਼ਨ ਆ ਗਈ ਸੀ। 1 ਸਾਲ 3 ਮਹੀਨੇ ਦਾ ਸਮਾਂ ਸੀ, ਪਰ ਚਲੋ ਉਹ ਵੀ ਸਮਾਂ ਬਹੁਤ ਸੀ। ਸਮਾਂ ਸਾਨੂੰ ਓਨਾ ਵੀ ਮਿਲ ਜਾਂਦਾ ਤਾਂ ਅੱਜ ਦੋਸ਼ੀ ਫੜ ਕੇ ਸਜ਼ਾਵਾਂ ਦਵਾਈਆਂ ਹੋਣੀਆਂ ਸੀ। ਤੁਹਾਡੇ ਸਾਹਮਣੇ ਉਦਾਹਰਨ ਹੈ ਗੁਰੂਸਰ ਤੇ ਮਲਕੇ। ਬਰਗਾੜੀ ਵਾਲੀਆਂ ਦੁਖਦਾਈ ਘਟਨਾਵਾਂ ਅਕਤੂਬਰ ਚ ਹੁੰਦੀਆਂ, ਗੁਰੂਸਰ ਤੇ ਮਲਕੇ ਨਵੰਬਰ ਚ ਹੁੰਦੀਆਂ, ਉਦੋਂ ਬਾਅਦ ਹੁੰਦੀਆਂ, ਪਰ ਉਹਦੇ ਚ ਇਹਨਾਂ ਦਾ ਧਿਆਨ ਨਹੀਂ ਸੀ ਕਿਉਂਕਿ ਸਿਆਸਤ ਵੱਲ ਧਿਆਨ ਚਲਾ ਗਿਆ। ਉਹ ਇਨਵੈਸਟੀਗੇਸ਼ਨ ਉਸ ਵੇਲੇ ਪੰਜਾਬ ਕੋਲ ਰਹਿ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ, ਉਹਨਾਂ ਨੇ ਸਿੱਟ ਬਣਾਈ, ਉਸ ਸਿੱਟ ਨੇ ਇਨਵੈਸਟੀਗੇਸ਼ਨ ਕੀਤੀ, ਐਵੀਡੈਂਸ ਕਲੈਕਟ ਕੀਤਾ, ਚਲਾਨ ਪੇਸ਼ ਕੀਤੇ ਤੇ ਪਿਛਲੇ ਮਹੀਨੇ ਸਜ਼ਾਵਾਂ ਵੀ ਹੋ ਗਈਆਂ ਕੋਰਟ ਦੇ ਵਿੱਚ, ਜਿਹਦੀ ਵਾਹ ਖੱਟਣ ਦੀ ਕੋਸ਼ਿਸ਼ ਇਸ ਸਰਕਾਰ ਨੇ ਵੀ ਕੀਤੀ। ਸੋ ਜੇ ਉਹਨਾਂ ਨੂੰ ਸਜ਼ਾਵਾਂ ਹੋ ਸਕਦੀਆਂ, ਸਜ਼ਾਵਾਂ ਇਸ ਕੇਸ 'ਚ ਵੀ ਹੋ ਜਾਣੀਆਂ ਸੀ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇਹਨਾਂ ਦੇ ਏਜੰਟ ਗੰਦੀ ਰਾਜਨੀਤੀ ਨਾ ਕਰਦੇ। ਇਹਦੇ 'ਚ ਗੁਰੂ ਸਾਹਿਬ ਦੀ ਬੇਅਦਬੀ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਜੇ ਨਾ ਕਰਦੇ, ਧਾਲੀਵਾਲ ਸਾਹਿਬ ਤੁਹਾਡੀ ਸਰਕਾਰ, ਤੁਹਾਡੀ ਪਾਰਟੀ, ਕਾਂਗਰਸ ਪਾਰਟੀ, ਤੁਹਾਡੇ ਅਖੌਤੀ ਏਜੰਟ ਜਿਹੜੇ ਆ ਸਾਰੇ ਉਸ ਵੇਲੇ ਗਵਰਨਰ ਕੋਲੇ ਤੇ ਰਾਸ਼ਟਰਪਤੀ ਕੋਲੇ ਗਏ ਸੀ ਕਿ ਪੰਜਾਬ ਪੁਲਿਸ ਤੋਂ ਇਨਵੈਸਟੀਗੇਸ਼ਨ ਲੈ ਕੇ CBI ਨੂੰ ਦਿਓ। ਸਾਡੇ ਤੋਂ ਤਾਂ 15 ਦਿਨਾਂ 'ਚ ਇਨਵੈਸਟੀਗੇਸ਼ਨ ਚਲੀ ਗਈ ਸੀ, ਤਾਂ ਸਾਡੇ ਤੇ 1.25 ਸਾਲ ਜਾਂ 2.5 ਸਾਲ ਦੀ ਤੁਸੀਂ ਗੱਲ ਨਹੀਂ ਕਰ ਸਕਦੇ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ ਹੋਮ ਮਿਨਿਸਟਰ ਇਹਦੇ ਜ਼ਿੰਮੇਵਾਰ ਨੇ ਇਸ ਗੋਲੀकांड ਦੇ। ਵੇਖੋ ਹੁਣ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਫਾਈਨਲ ਰਿਪੋਰਟ ਪੇਸ਼ ਹੋ ਗਈ, ਸਾਰੇ ਚਲਾਨ ਪੇਸ਼ ਹੋ ਗਏ, ਟ੍ਰਾਇਲ ਚੱਲ ਪਿਆ। ਅੱਜ ਤੱਕ ਤਾਂ ਸਿਆਸਤ ਗੰਦੀ ਰਾਜਨੀਤੀ ਇਸ ਗੱਲ ਤੇ ਕੀਤੀ ਕਿ ਬੇਅਦਬੀ ਵਾਸਤੇ ਜ਼ਿੰਮੇਵਾਰ ਹੈ, ਉਹਦੇ 'ਚ ਕਿਤੇ ਨਾਂ ਨਹੀਂ ਆਇਆ।
ਤੇ ਮੁੱਖ ਮੰਤਰੀ ਨੇ ਆਪ ਫਾਈਨਲ ਰਿਪੋਰਟ ਉਹਦੀ ਪੇਸ਼ ਕੀਤੀ ਹੈ। ਉਹਨੂੰ ਛੱਡ ਕੇ ਹੁਣ ਗੋਲੀकांड ਤੇ ਆਏ ਹੈ, ਜਿਹਦੇ ਚ ਕੋਟਕਪੂਰੇ ਚ ਇੱਕ ਸਾਡੇ ਭਰਾ ਜ਼ਖਮੀ ਹੋਇਆ ਗੋਲੀ ਵੱਜਣ ਨਾਲ। ਕਹਿੰਦੇ ਜੀ ਇਸ ਕਰਕੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਕਿਉਂਕਿ ਉਹ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਸੀ। ਤੇ ਸਟੇਟ ਵਿੱਚ ਕੁਝ ਵੀ ਹੋਵੇ, ਸਟੇਟ ਦਾ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਜ਼ਿੰਮੇਵਾਰ ਹੁੰਦਾ ਹੈ, ਕਿਉਂਕਿ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਹੈ। ਇਹ ਤਰਕ ਦਿੱਤਾ ਕੱਲ ਧਾਲੀਵਾਲ ਸਾਹਿਬ ਨੇ। ਫਿਰ ਧਾਲੀਵਾਲ ਸਾਹਿਬ, ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ, ਫਿਰ ਇਹ ਤਰਕ ਜਿਹੜਾ ਹੈ ਇਹ ਸਭ ਤੇ ਲਾਗੂ ਹੁੰਦਾ ਤੇ ਸਭ ਤੇ ਲਾਗੂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਗਿਆ, ਬੜੀ ਦਰਦਨਾਕ ਮੌਤ ਹੋਈ, ਪੰਜਾਬ ਦੇ ਸੂਬੇ 'ਚ ਹੋਈ, ਪੰਜਾਬ ਦੀ ਧਰਤੀ ਤੇ ਹੋਈ। ਫਿਰ ਇਹੀ ਤਰਕ ਲਾਗੂ ਕਰਕੇ ਭਗਵੰਤ ਮਾਨ ਉਸ ਸਰਕਾਰ ਦਾ ਮੁੱਖ ਮੰਤਰੀ ਵੀ ਹੈ ਤੇ ਹੋਮ ਮਿਨਿਸਟਰ ਵੀ ਹੈ। ਫਿਰ ਭਗਵੰਤ ਮਾਨ ਜ਼ਿੰਮੇਵਾਰ ਹੋਣਾ ਚਾਹੀਦਾ ਉਸ ਘਟਨਾ ਦਾ, ਜ਼ਿੰਮੇਵਾਰੀ ਉਹਦੇ ਤੇ ਵੀ ਪਾਓ। ਨਾਲੇ ਇਹ ਤਾਂ ਉਦੋਂ ਵੀ ਇੱਕ ਸਟੈਪ ਅੱਗੇ ਚਲੇ ਜਾਂਦਾ ਹੈ, ਕਿਉਂਕਿ ਉਹਦੀ ਭਰਾ ਦੀ ਸਾਡੇ ਦੀ ਸਿਕਿਉਰਿਟੀ ਵਿਡਰਾਅ ਹੋਈ ਤੇ ਮੁੜ ਕੇ ਮੀਡੀਆ ਨੂੰ ਸਾਰੀ ਇਨਫੋਰਮੇਸ਼ਨ ਲੀਕ ਕੀਤੀ ਗਈ। ਹੁਣ ਸਿਕਿਉਰਿਟੀ ਵਿਡਰਾਅ ਕਰਦਾ ਹੈ ਹੋਮ ਮਿਨਿਸਟਰ। ਹੋਮ ਮਿਨਿਸਟਰ ਕੌਣ ਹੈ? ਭਗਵੰਤ ਮਾਨ। ਮੀਡੀਆ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਉਹ ਜਾਂਦੀ ਹੈ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਰਾਹੀਂ, ਤੇ ਪਬਲਿਕ ਰਿਲੇਸ਼ਨਸ ਦਾ ਮੰਤਰੀ ਕੌਣ ਹੈ? ਫਿਰ ਭਗਵੰਤ ਮਾਨ। ਉਸ ਵੇਲੇ ਭਗਵੰਤ ਮਾਨ ਸੀ, ਅੱਜ ਅਮਨ ਅਰੋੜਾ ਹੈ, ਪਰ ਉਸ ਵੇਲੇ ਭਗਵੰਤ ਮਾਨ ਸੀ। ਸੋ ਭਗਵੰਤ ਮਾਨ ਦੀ ਦੋਹਰੀ ਜ਼ਿੰਮੇਵਾਰੀ ਬਣ ਗਈ। ਸਿਕਿਉਰਿਟੀ ਭਗਵੰਤ ਮਾਨ ਦੇ ਆਰਡਰਾਂ ਤੇ ਵਿਡਰਾਅ ਹੋਈ, ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਭਗਵੰਤ ਮਾਨ ਦੇ ਹੁਕਮਾਂ ਨਾਲ ਗਈ। ਸੋ ਫਿਰ ਭਗਵੰਤ ਮਾਨ ਵੀ ਇਸ ਕੇਸ ਦੇ ਵਿੱਚ ਜ਼ਿੰਮੇਵਾਰ ਹੋਊਗਾ। ਇਹ ਦੋਹਰੇ ਮਾਪਦੰਡ ਨਹੀਂ ਚੱਲਣੇ, ਦੋ ਕਾਨੂੰਨ ਨਹੀਂ ਹੋ ਸਕਦੇ, ਕਾਨੂੰਨ ਸਭ ਵਾਸਤੇ ਇੱਕ ਹੋਊਗਾ। ਉਸ ਤੋਂ ਵੀ ਮੈਂ ਅੱਗੇ ਜਾਊਂਗਾ। ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਹੈ, ਸਾਰੀਆਂ ਇਨਵੈਸਟੀਗੇਸ਼ਨਸ ਨੇ ਇਹ ਸਾਬਿਤ ਕਰਤਾ ਕਿ ਉਹਦੀ ਪਲੈਨਿੰਗ ਤਿਹਾੜ ਜੇਲ੍ਹ 'ਚ ਬਹਿ ਕੇ ਹੋਈ ਹੈ। ਤਿਹਾੜ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਸੀ, ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਬੰਦੇ ਮੁਹੱਈਆ ਕਰਾਏ, ਅਸਲਾ ਮੁਹੱਈਆ ਕਰਾਇਆ, ਗੱਡੀਆਂ ਮੁਹੱਈਆ ਕਰਾਈਆਂ, ਤੇ ਤਿਹਾੜ ਜੇਲ੍ਹ 'ਚ ਜੇ ਬਹਿ ਕੇ ਸਾਜ਼ਿਸ਼ ਘੜੀ ਗਈ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ, ਮੈਂ ਕਲੀਅਰ ਕਰ ਦਿਆਂ, ਸੈਂਟਰ ਸਰਕਾਰ ਦੇ ਨਹੀਂ, ਦਿੱਲੀ ਸਰਕਾਰ ਦੇ। ਫਿਰ ਇਸ ਤਰਕ ਨਾਲ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ ਇਸ ਕਤਲ ਦਾ, ਕਿਉਂਕਿ ਉਹਦੀ ਸਰਕਾਰ ਦੇ ਥੱਲੇ ਬਹਿ ਕੇ ਇਹਦੀ ਸਾਜ਼ਿਸ਼ ਘੜੀ ਗਈ। ਇੰਟਰਨੈਟ ਜੇਲ੍ਹਾਂ 'ਚ ਕਿਵੇਂ ਗਏ, ਫੋਨ ਕਿਵੇਂ ਗਏ, ਬਾਹਰ ਸੰਪਰਕ ਕਿਵੇਂ ਹੋਇਆ। ਫਿਰ ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰੀ ਕਬੂਲਣ ਸਾਡੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦੀ। ਮੈਂ ਦੁਬਾਰਾ ਕਹਾਂ, ਦੋਹਰੇ ਮਾਪਦੰਡ ਨਹੀਂ ਚੱਲਣੇ। ਤੁਸੀਂ ਬੜਾ ਚਿਰ ਲੰਮਾ ਸਮਾਂ ਹੋ ਗਿਆ ਗੰਦੀ ਸਿਆਸਤ ਕਰਦਿਆਂ ਨੂੰ ਇਸ ਮਸਲੇ। ਅਸੀਂ ਇਸ ਕਰਕੇ ਚੁੱਪ ਸੀ ਵੀ ਲੋਕ ਸੱਚ ਸਮਝਣਗੇ, ਪਰ ਤੁਹਾਡੀ ਗੱਲ ਦਾ ਜਵਾਬ ਦੇਣਾ ਤੁਹਾਡੀ ਭਾਸ਼ਾ 'ਚ ਬੜਾ ਜ਼ਰੂਰੀ ਹੈ। ਸੋ ਫਿਰ ਜ਼ਿੰਮੇਵਾਰੀ ਉਹਨਾਂ ਤੇ ਵੀ ਪਾਈ ਜਾਵੇ। ਫਿਰ ਤੁਸੀਂ ਕਹਿੰਦੇ ਹੋ ਗੋਲੀ ਕਿਹਦੇ ਹੁਕਮਾਂ ਨਾਲ ਚੱਲੀ? ਸੂਬੇ 'ਚ ਗੋਲੀ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਨਹੀਂ ਚੱਲਦੀ। ਪਟਿਆਲੇ ਗੋਲੀकांड ਹੋਇਆ, ਤੁਹਾਡੀ ਸਰਕਾਰ 'ਚ ਹੋਇਆ, ਬੰਦਾ ਇੰਜਰਡ ਹੋਇਆ। ਫਿਰ ਭਗਵੰਤ ਮਾਨ ਹੋਮ ਮਿਨਿਸਟਰ ਵੀ ਹੈ, ਮੁੱਖ ਮੰਤਰੀ ਵੀ ਹੈ, ਪਾਓ ਜ਼ਿੰਮੇਵਾਰੀ ਉਹਦੇ ਤੇ, ਰੱਖੋ ਪਰਚੇ 'ਚ ਉਹਨੂੰ ਬਰਾਬਰ। ਇਹ ਤੁਹਾਡੀ ਗੰਦੀ ਸਿਆਸਤ ਹੁਣ ਚੱਲਣ ਨਹੀਂ ਦੇਣੀ। ਤੁਹਾਨੂੰ ਬੜਾ ਹੁਣ ਇਸ ਇਸ਼ੂ ਤੇ ਦੋਗਲੀ ਰਾਜਨੀਤੀ ਨਹੀਂ ਹੋਊਗੀ, ਹੁਣ ਦੋਹਰੇ ਮਾਪਦੰਡ ਨਹੀਂ ਹੋਣਗੇ। ਫਿਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਉਹਨਾਂ ਨੂੰ ਪਾਓ ਸਿੱਧੂ ਮੂਸੇਵਾਲੇ ਦੇ ਕਤਲ 'ਚ, ਤੇ ਪਟਿਆਲੇ ਵਾਲੇ ਗੋਲੀकांड 'ਚ ਭਗਵੰਤ ਮਾਨ ਨੂੰ ਵੀ ਜ਼ਿੰਮੇਵਾਰ ਪਾਇਆ ਜਾਵੇ। ਫਿਰ ਤੁਸੀਂ ਅੱਗੇ ਗੱਲ ਕੀਤੀ ਕਿ ਅਸੀਂ ਸਿੱਖ ਹਾਂ, ਸਾਡਾ ਗੁਰੂ, ਮੱਥਾ ਟੇਕਦੇ ਹਾਂ, ਕਿਵੇਂ ਹੋ ਗਈ ਇਹ ਬੇਅਦਬੀ, ਸਾਨੂੰ ਦੁੱਖ ਹੈ। ਸਾਰੇ ਸਿੱਖਾਂ ਨੂੰ ਦੁੱਖ ਹੈ। ਧਾਲੀਵਾਲ ਸਾਹਿਬ, ਹੋ ਸਕਦਾ ਤੁਹਾਨੂੰ ਵੀ ਦੁੱਖ ਹੋਊਗਾ, ਮੈਂ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ। ਤੁਸੀਂ ਕਿਹਾ ਮਾਨ ਸਾਹਿਬ ਦੀ ਸਰਕਾਰ ਐ ਨਹੀਂ। ਕਿਹੜੇ ਮਾਨ ਸਾਹਿਬ? ਉਹ ਮਾਨ ਸਾਹਿਬ ਜਿਹੜਾ दारू ਪੀ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰ ਚਲਾ ਗਿਆ ਹੋਵੇ, ਜਿਹਨੂੰ ਗੁਰੂ ਦੀ ਸੰਗਤ ਨੇ ਨਸ਼ੇ ਦੇ ਵਿੱਚ ਧੁੱਤ ਹੋਣ ਕਾਰਨ ਗੁਰੂ ਸਾਹਿਬ ਦੀ ਹਾਜ਼ਰੀ 'ਚੋਂ ਭਜਾਇਆ ਹੋਵੇ। ਉਹ ਮਾਨ ਸਾਹਿਬ ਇਨਸਾਫ ਦੇਊਗਾ? ਉਸ ਮਾਨ ਸਾਹਿਬ ਦੀ ਗੱਲ ਕਰਦੇ ਹੋ? ਤੇ ਤੁਸੀਂ ਜਿਸ ਗੁਰੂ ਦੀ ਗੱਲ ਕਰਦੇ ਹੋ, ਉਸ ਗੁਰੂ ਦੀ ਬੇਅਦਬੀ, ਜਦੋਂ ਉਸ ਗੁਰੂ ਦੀ ਸਵਾਰੀ ਨੂੰ ਖੜਾ ਕੇ ਤੁਹਾਡੇ ਪੁਲਿਸ ਵਾਲਿਆਂ ਨੇ ਮੈਟਲ ਡਿਟੈਕਟਰ ਲਾ ਕੇ ਤੇ ਚੈਕਿੰਗ ਕਰਕੇ, ਜਦੋਂ ਮੁੱਖ ਮੰਤਰੀ ਦੀ ਸ਼ਾਦੀ ਸੀ
ਉਸ ਸਵਾਰੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਕਿ ਉਦੋਂ ਤੁਹਾਡੇ ਦਿਲ 'ਚ ਦਰਦ ਨਹੀਂ ਹੋਇਆ ਕਿ ਸਾਡੇ ਗੁਰੂ ਦੀ ਸਵਾਰੀ ਕਿਵੇਂ ਰੋਕੀ ਗਈ? ਪੰਜਾਬ ਦੇ ਲੋਕ ਸਭ ਸਮਝਦੇ ਆ, ਇਹ ਚਾਲਾਂ ਤੁਹਾਡੀਆਂ ਹੁਣ ਨਹੀਂ ਚੱਲਣ ਦੇਣੀਆਂ। ਫਿਰ ਤੁਸੀਂ ਇੱਕ ਗੱਲ ਬੜੀ ਹੋਰ ਅਹਿਮ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਅਰੈਸਟ ਕਰੋ, ਸਮਨ ਨਾ ਕਰੋ। ਹੁਣ ਅਰੈਸਟ ਕਰੋ, ਬੜਾ ਸਿਆਣਾ ਸਾਡਾ ਐਮਐਲਏ ਆ ਤੁਸੀਂ ਕਿਹਾ, ਤੇ ਉਹ ਕਹਿੰਦਾ ਅਰੈਸਟ ਕਰੋ। ਮੈਂ ਪਹਿਲਾਂ ਤਾਂ ਉਸ ਤੁਹਾਡੇ ਸਿਆਣੇ ਐਮਐਲਏ ਦਾ ਜਿਹੜਾ ਬੈਕਗ੍ਰਾਉਂਡ ਹੈ ਨਾ, ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ, ਪਰ ਮੈਂ ਫਿਰ ਵੀ 2 ਮਿੰਟਾਂ 'ਚ ਸਾਰੀ ਗੱਲ ਦੁਬਾਰਾ ਰੀਵਾਈਂਡ ਕਰਾ ਦਿਆਂ, ਲੋਕ ਕਈ ਵਾਰੀ ਭੁੱਲ ਜਾਂਦੇ ਆ। ਇਹ ਉਹ ਅਫਸਰ ਹੈ ਜਿਹੜਾ ਹਿੰਦੁਸਤਾਨ ਦੀ ਹਰ ਕਨਸਟੀਟਿਊਸ਼ਨਲ ਬਾਡੀ ਵੱਲੋਂ ਇੰਡਾਈਟ ਕੀਤਾ ਗਿਆ, ਦੋਸ਼ੀ ਪਾਇਆ ਗਿਆ। ਇਹਦਾ ਕੰਡਕਟ ਹਮੇਸ਼ਾ ਸ਼ੱਕ ਦੇ ਘੇਰੇ 'ਚ ਰਿਹਾ, ਕਾਨੂੰਨ ਦੇ ਦਾਇਰੇ 'ਚ ਹਮੇਸ਼ਾ ਇਹਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਮੈਂ ਉਦਾਹਰਨਾਂ 2-3 ਦੇ ਦਿੰਦਾ। ਇੱਕ ਪ੍ਰਾਪਰਟੀ ਦੇ ਡਿਸਪਿਊਟ 'ਚ ਜਿਹਨੂੰ ਸਿਵਲ ਮੈਟਰ ਨੂੰ ਇਹਨੇ ਕ੍ਰਿਮੀਨਲ ਕਰਕੇ ਉਹਨਾਂ ਲੋਕਾਂ ਤੇ ਤਸ਼ੱਦਦ ਕੀਤਾ, ਹਾਈ ਕੋਰਟ 'ਚ ਕੇਸ ਆਇਆ, ਇਹਨੂੰ ਇੰਡਾਈਟ ਕੀਤਾ ਗਿਆ। ਮਾਫੀ ਮੰਗ ਕੇ ਤੇ ਫਾਈਨ ਭਰ ਕੇ ਇਹਦੀ ਜਾਨ ਛੱਡੀ ਸੀ। ਅੱਜ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਸੰਜੇ ਕਿਸ਼ਨ ਕੌਲ, ਉਸ ਵੇਲੇ ਉਹ ਜੱਜ ਸੀ ਇੱਥੇ ਹਾਈ ਕੋਰਟ 'ਚ। ਇਹ ਉਹੀ ਅਫਸਰ ਹੈ ਜਿਹਨੂੰ ਇਲੈਕਸ਼ਨ ਕਮਿਸ਼ਨ ਨੇ ਇੰਡਾਈਟ ਕੀਤਾ ਕਿ ਇਹ ਕਿਸੇ ਰਿਸਪੌਂਸਿਬਲ ਪੋਸਟ ਤੇ ਇਲੈਕਸ਼ਨ 'ਚ ਨਹੀਂ ਹੋਲਡ ਨਹੀਂ ਕਰ ਸਕਦਾ, ਕਿਉਂਕਿ ਇਹਦਾ ਜਿਹੜਾ ਕੰਡਕਟ ਹੈ ਉਹ ਅਬਵ ਬੋਰਡ ਨਹੀਂ ਹੈ, ਉਹ ਸਾਫ਼ ਨਹੀਂ ਹੈ। ਇਹ ਉਹੀ ਅਫਸਰ ਹੈ ਜਿਹਨੂੰ ਆ ਹਾਈ ਕੋਰਟ 'ਚ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂ ਤੇ ਕੀਤੀ ਸੀ, ਉਹਦੇ ਤੇ ਜਿਹੜੀ ਝਾੜ ਪਈ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਕਿਸੇ ਅਫਸਰ ਨੂੰ ਨਹੀਂ ਪਈ ਹੋਣੀ। ਬਿਆਨਬਾਜ਼ੀ ਤੁਹਾਡੇ ਵਾਂਗੂ ਇਹਨੇ ਵੀ ਬੜੀ ਕੀਤੀ ਸੀ ਕਿ ਬਾਦਲਾਂ ਨੇ ਐ ਕੀਤਾ, ਬਾਦਲਾਂ ਨੇ ਇਉਂ ਕੀਤਾ, ਤੇ ਜਦੋਂ ਚਲਾਨ ਪੇਸ਼ ਕੀਤਾ ਹਾਈ ਕੋਰਟ ਨੇ ਲਿਖਿਆ, ਮੈਂ ਇੱਕੋ ਹੀ ਲਾਈਨ ਪੜੂੰਗਾ, ਕਿ ਇਹ ਬਿਆਨਬਾਜ਼ੀ ਬੜੀ ਕਰਦਾ ਰਿਹਾ, ਪਰ ਚਾਰਜ ਸ਼ੀਟ ਜਿਹੜੀ ਇਹਨੇ ਫਾਈਲ ਕੀਤੀ ਉਹਨਾਂ ਦੇ ਵਿੱਚ ਕਿਤੇ ਵੀ ਬਾਦਲ ਸਾਹਿਬ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਨਹੀਂ ਇਹ ਪਾ ਸਕਿਆ। ਇਹ ਹਾਈ ਕੋਰਟ ਦੀਆਂ ਫਾਈਂਡਿੰਗਾਂ। ਇਹ ਉਹ ਸਿਆਣਾ ਅਫਸਰ ਤੁਸੀਂ ਇਹਨੂੰ ਕਹਿੰਦੇ ਹੋ? ਐਡਾ ਸਿਆਣਾ ਸੀ, ਬਣਾਉਂਦੇ ਮੰਤਰੀ ਇਹਨੂੰ, ਫਿਰ ਬਣਾਇਆ ਕਿਉਂ ਨਹੀਂ? ਸਿਆਸਤ ਵਾਸਤੇ ਨਾ ਵਰਤੋ ਹਰ ਚੀਜ਼। ਦੂਜੀ ਗੱਲ, ਜਿੱਥੋਂ ਤੱਕ ਇਹ ਕੁੰਵਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਸੀ ਕਿ ਅਰੈਸਟ ਕਰੋ, ਸਮਨ ਨਾ ਕਰੋ, ਮੈਂ ਇਹਨੂੰ ਬਿਹਾਰੀ ਬਾਬੂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੇਰੇ ਕੋਲੇ 3 ਸਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਰਹੀ ਹੈ। 2018 ਚ ਸਿੱਟ ਬਣੀ, 2021 ਚ ਹਾਈ ਕੋਰਟ ਨੇ ਤੈਨੂੰ ਜ਼ਲੀਲ ਕਰਕੇ, ਤੇਰੀ ਔਕਾਤ ਤੈਨੂੰ ਦਿਖਾ ਕੇ ਸਿੱਟ ਚੋਂ ਬਾਹਰ ਕੱਢਿਆ ਸੀ, ਸਿੱਟ ਡਿਸਬੈਂਡ ਕੀਤੀ ਸੀ। ਸਾਰੀ ਇਨਵੈਸਟੀਗੇਸ਼ਨ ਤੇਰੀ ਜੋ ਸੀ ਸਾਰੀ ਕੁਆਸ਼ ਕੀਤੀ ਸੀ ਕਿ ਤੂੰ ਸਿਆਸਤ ਕੀਤੀ ਹੈ, ਹਾਈ ਕੋਰਟ ਨੇ ਕਿਹਾ ਸੀ। 3 ਸਾਲ ਤੇਰੇ ਕੋਲੇ ਇਨਵੈਸਟੀਗੇਸ਼ਨ ਰਹੀ ਹੈ ਤੇ ਤੂੰ ਨਾ ਅਰੈਸਟ ਕੀਤਾ। ਅੱਜ ਕਹੀ ਜਾਂਦਾ ਹੈ ਉਦੋਂ ਤੂੰ ਨਾ ਅਰੈਸਟ ਕੀਤਾ ਵੀ, ਫਿਰ ਕੀ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਅਰੈਸਟ ਤਾਂ ਛੱਡੋ, ਤੇਰੇ ਤੋਂ ਤਾਂ ਨਾਮਜ਼ਦ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ, ਕਿਉਂਕਿ ਨਾਮਜ਼ਦ ਕਰਨ ਵਾਸਤੇ ਕੋਰਟ ਦੇ ਵਿੱਚ ਐਵੀਡੈਂਸ ਚਾਹੀਦਾ ਤੇ ਤੇਰੇ ਕੋਲੇ ਕੋਈ ਐਵੀਡੈਂਸ ਨਹੀਂ ਸੀ। ਕੇਵਲ ਤੇ ਕੇਵਲ ਸਿਆਸੀ ਬਿਆਨਬਾਜ਼ੀ ਸੀ ਜਿੰਨੀ ਤੂੰ ਕਰ ਰਿਹਾ ਸੀ। ਅੱਜ ਲੋਕਾਂ ਨੂੰ ਸਲਾਹਾਂ ਦਿੰਨਾ ਹੈ, ਉਹ ਹੈ ਜਿਹੜੀ ਤੇਰੀ ਸੁਣੀ ਜਾਂਦੇ ਆ। ਸਵਾਲ ਹੈ ਮੇਰਾ ਤੈਨੂੰ ਡਾਇਰੈਕਟ ਕਿ 3 ਸਾਲ 2018 ਤੋਂ ਲੈ ਕੇ ਰਣਜੀਤ ਸਿੰਘ ਰਿਪੋਰਟ ਜਿਹੜੀ ਹੈ ਉਹਨੇ ਉਦੋਂ ਬਾਅਦ ਸਿੱਟ ਬਣੀ ਹੈ 2018 ਚ, 2018 ਤੋਂ ਲੈ ਕੇ 2021 ਤੱਕ ਤੇਰੇ ਕੋਲੇ 3 ਸਾਲ ਇਨਵੈਸਟੀਗੇਸ਼ਨ ਰਹੀ। ਕੀ ਕਰਦਾ ਸੀ ਫਿਰ? ਸੁੱਤਾ ਪਿਆ ਸੀ ਤੂੰ ਕਿ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਸੋ ਮੈਂ ਬੇਨਤੀ ਕਰੂੰਗਾ ਇਹਨਾਂ ਸਾਰੇ ਮੰਤਰੀ ਸਭਾਨਾਂ ਨੂੰ ਵੀ ਤੇ ਸਾਰੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਕਿ ਸਿਆਸਤ ਨਾ ਕਰੋ। 5 ਸਾਲ ਕਾਂਗਰਸ ਨੇ ਕੀਤੀ ਤੇ ਹੁਣ ਤੁਸੀਂ ਵੀ ਉਹੀ ਕੰਮ ਫੜ ਰੱਖਿਆ। ਸੋ ਇਸ ਕਰਕੇ ਮੇਰੀ ਬੇਨਤੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦੱਸਣੀ ਚਾਹੁੰਦਾ ਕਿ ਇੱਕਦਮ ਅਵਾਲਾ ਕਿਉਂ ਆਇਆ ਕੱਲ। ਅਵਾਲਾ ਇਸ ਕਰਕੇ ਆਇਆ ਕਿ 500 ਕਰੋੜ ਰੁਪਇਆ ਛੱਕ ਕੇ ਤੇ ਡਕਾਰ ਮਾਰ ਗਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ। ਜਿਹੜਾ ਐਕਸਾਈਜ਼ ਦਾ ਸਕੈਮ ਤਰੀਕਾਂ ਤੇ ਸਮਾਂ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਉਜਾਗਰ ਕੀਤਾ, ਪਰਸੋਂ ਪ੍ਰੈਸ ਕਾਨਫਰੰਸ ਕੀਤੀ ਤੇ ਕੱਲ ਇਹਨਾਂ ਨੂੰ ਬੇਅਦਬੀ ਦੇ ਇਸ਼ੂ ਤੇ ਸਭ ਕੁਝ ਯਾਦ ਆ ਗਿਆ। ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਆ। 500 ਕਰੋੜ ਦੇ ਸਕੈਮ ਤੋਂ ਤੁਸੀਂ ਬਚ ਨਹੀਂ ਸਕੋਗੇ, ਨਾ ਉਹਦੇ ਤੋਂ ਬਚੋਗੇ, ਨਾ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਿਹੜੀਆਂ ਜਿਹੜੇ ਤੁਹਾਡੇ ਤੋਂ ਤੁਸੀਂ ਗੁਨਾਹ ਕੀਤੇ ਆ, ਨਾ ਉਹਦੇ ਤੋਂ ਬਚੋਗੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਬੜਾ ਸੈਂਸਿਟਿਵ ਸੰਵੇਦਨਸ਼ੀਲ ਮੁੱਦਾ ਆਪਣੇ ਸਭ ਦੇ ਹਿਰਦਿਆਂ ਦੇ ਬੜਾ ਨੇੜੇ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਦੇ ਬੜਾ ਨੇੜੇ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਸ ਮੁੱਦੇ ਤੇ ਲੋਕਾਂ ਨੂੰ ਇਨਸਾਫ ਦਿਓ।
ਲੋਕਾਂ ਦੇ ਹਿਰਦੇ ਦੇ ਵਿੱਚ ਠੰਡ ਪਵੇ, ਦੋਸ਼ੀ ਫੜੇ ਜਾਣ ਤੇ ਬਾਮਿਸਾਲ ਉਹਨਾਂ ਨੂੰ ਸਜ਼ਾਵਾਂ ਮਿਲਣ, ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਕਾਂਡ ਕਰਨ ਦੀ ਸੋਚ ਵੀ ਨਾ ਸਕੇ ਤੇ ਕੋਈ ਇਹਦੇ ਤੇ ਸਿਆਸਤ ਕਰਨ ਦੀ ਵੀ ਬਾਰੇ ਸੋਚ ਨਾ ਸਕੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਧੰਨਵਾਦ, ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋ। ਇੱਕ ਬੜਾ ਅਹਿਮ ਮੁੱਦਾ ਪੰਜਾਬ ਦੇ ਨਾਲ ਜੁੜਿਆ, ਸਿੱਖਾਂ ਦੇ ਨਾਲ ਜੁੜਿਆ, ਦੁਨੀਆ ਭਰ ਦੇ ਵਿੱਚ ਵਸੇ ਪੰਜਾਬੀਆਂ, ਨਾਨਕ ਨਾਮ ਲੇਵਾ ਸੰਗਤ ਨਾਲ ਜੁੜਿਆ, ਇਨਸਾਨੀਅਤ ਨਾਲ ਜੁੜਿਆ, ਜਿਹਦੀ ਪੀੜਾ ਆਪਾਂ ਸਾਰੇ ਆਪਦੇ ਪਿੰਡੇ ਤੇ ਹੰਢਾ ਰਹੇ ਹਾਂ। ਮੈਂ ਅੱਜ ਉਸ ਅਹਿਮ ਮੁੱਦੇ ਤੇ ਤੁਹਾਡੇ ਨਾਲ ਲਾਈਵ ਹੋਣ ਜਾ ਰਿਹਾ। ਕੱਲ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ, ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਦੇਖੀ, ਜਿਹਦੇ 'ਚ ਜਿਹੜਾ ਦੁਖਾਂਤ ਅੱਜ ਤੋਂ 7 ਸਾਲ ਪਹਿਲਾਂ ਵਾਪਰਿਆ ਸੀ, ਬੇਅਦਬੀਆਂ ਹੋਈਆਂ, ਉਸ ਤੋਂ ਬਾਅਦ ਸਾਡੇ ਭਰਾ ਸ਼ਹੀਦ ਹੋਏ, ਉਸ ਮਸਲੇ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਵਾਪਰਿਆ, ਸਾਡੀ ਸਰਕਾਰ ਦੌਰਾਨ ਵਾਪਰਿਆ। ਇਹ ਅਸੀਂ ਪਹਿਲਾਂ ਵੀ 100 ਵਾਰ ਕਹਿ ਚੁੱਕੇ ਹਾਂ, ਸਾਰੀ ਜ਼ਿੰਦਗੀ ਇਸ ਗੱਲ ਦਾ ਦੁੱਖ ਰਹੂਗਾ। ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਕਿ 7 ਸਾਲ ਹੀ ਹੋ ਗਏ ਜਿਸ ਦਿਨ ਤੋਂ ਇਹ ਦੁਖਾਂਤ ਵਾਪਰਿਆ। ਇਹਦੇ ਤੇ ਸਿਆਸਤ, ਗੰਦੀ ਰਾਜਨੀਤੀ, ਨੀਵੇਂ ਪੱਧਰ ਦੀ ਰਾਜਨੀਤੀ, ਸਿਆਸੀ ਰੋਟੀਆਂ ਸੇਕਣ ਲਈ ਰਾਜਨੀਤੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਤੇ ਇਹਨਾਂ ਦੇ ਏਜੰਟਾਂ ਵੱਲੋਂ ਉਸ ਦਿਨ ਤੋਂ ਸ਼ੁਰੂ ਹੋਈ। ਕੱਲ ਕਈ ਇਸ਼ੂਜ਼ ਕੁਲਦੀਪ ਧਾਲੀਵਾਲ ਜੀ ਨੇ ਰੇਜ਼ ਕੀਤੇ, ਕਿਉਂਕਿ ਕੋਈ ਗੱਲ ਦਾ ਜੇ ਜਵਾਬ ਨਾ ਦਿੱਤਾ ਜਾਵੇ, ਸਿਆਣੇ ਕਹਿੰਦੇ ਜੇ ਝੂਠ ਵੀ ਕੋਈ 100 ਵਾਰੀ ਬੋਲਦੇ ਤਾਂ ਲੋਕ ਉਹਨੂੰ ਸੱਚ ਸਮਝਣ ਲੱਗ ਜਾਂਦੇ ਆ। ਮੈਂ ਅੱਜ ਉਸ ਕਰਕੇ ਉਹਨਾਂ ਗੱਲਾਂ ਦਾ ਜਵਾਬ ਦੇਣ ਲੱਗਿਆ। ਪਹਿਲੀ ਗੱਲ ਜਿਹੜੀ ਕੁਲਦੀਪ ਧਾਲੀਵਾਲ ਮੰਤਰੀ ਸਾਹਿਬ ਨੇ ਰੇਜ਼ ਕੀਤੀ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਸੀ, ਤੇ 2.5 ਸਾਲ ਦਾ ਇਹਨਾਂ ਕੋਲੇ ਸਮਾਂ ਸੀ ਤੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਪਹਿਲੀ ਗੱਲ ਤਾਂ ਮੈਂ ਧਾਲੀਵਾਲ ਸਾਹਿਬ ਜਾਂ ਤਾਂ ਇਗਨੋਰੈਂਟ ਹੈ ਜਾਂ ਅਣਜਾਣ ਹੈ ਜਾਂ ਜਾਣ ਕੇ ਗੁੰਮਰਾਹ ਕਰ ਰਹੇ ਹੈ। 2.5 ਸਾਲ ਨਹੀਂ ਸੀ, ਇਹ ਅਕਤੂਬਰ 2015 ਦੀਆਂ ਦੁਖਦਾਈ ਘਟਨਾਵਾਂ ਹੈ ਤੇ ਜਨਵਰੀ ਦੇ ਵਿੱਚ ਇਲੈਕਸ਼ਨ ਆ ਗਈ ਸੀ। 1 ਸਾਲ 3 ਮਹੀਨੇ ਦਾ ਸਮਾਂ ਸੀ, ਪਰ ਚਲੋ ਉਹ ਵੀ ਸਮਾਂ ਬਹੁਤ ਸੀ। ਸਮਾਂ ਸਾਨੂੰ ਓਨਾ ਵੀ ਮਿਲ ਜਾਂਦਾ ਤਾਂ ਅੱਜ ਦੋਸ਼ੀ ਫੜ ਕੇ ਸਜ਼ਾਵਾਂ ਦਵਾਈਆਂ ਹੋਣੀਆਂ ਸੀ। ਤੁਹਾਡੇ ਸਾਹਮਣੇ ਉਦਾਹਰਨ ਹੈ ਗੁਰੂਸਰ ਤੇ ਮਲਕੇ। ਬਰਗਾੜੀ ਵਾਲੀਆਂ ਦੁਖਦਾਈ ਘਟਨਾਵਾਂ ਅਕਤੂਬਰ 'ਚ ਹੁੰਦੀਆਂ, ਗੁਰੂਸਰ ਤੇ ਮਲਕੇ ਨਵੰਬਰ 'ਚ ਹੁੰਦੀਆਂ, ਉਦੋਂ ਬਾਅਦ ਹੁੰਦੀਆਂ, ਪਰ ਉਹਦੇ 'ਚ ਇਹਨਾਂ ਦਾ ਧਿਆਨ ਨਹੀਂ ਸੀ ਕਿਉਂਕਿ ਸਿਆਸਤ ਵੱਲ ਧਿਆਨ ਚਲਾ ਗਿਆ। ਉਹ ਇਨਵੈਸਟੀਗੇਸ਼ਨ ਉਸ ਵੇਲੇ ਪੰਜਾਬ ਕੋਲ ਰਹਿ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ, ਉਹਨਾਂ ਨੇ ਸਿੱਟ ਬਣਾਈ, ਉਸ ਸਿੱਟ ਨੇ ਇਨਵੈਸਟੀਗੇਸ਼ਨ ਕੀਤੀ, ਐਵੀਡੈਂਸ ਕਲੈਕਟ ਕੀਤਾ, ਚਲਾਨ ਪੇਸ਼ ਕੀਤੇ ਤੇ ਪਿਛਲੇ ਮਹੀਨੇ ਸਜ਼ਾਵਾਂ ਵੀ ਹੋ ਗਈਆਂ ਕੋਰਟ ਦੇ ਵਿੱਚ, ਜਿਹਦੀ ਵਾਹ ਖੱਟਣ ਦੀ ਕੋਸ਼ਿਸ਼ ਇਸ ਸਰਕਾਰ ਨੇ ਵੀ ਕੀਤੀ। ਸੋ ਜੇ ਉਹਨਾਂ ਨੂੰ ਸਜ਼ਾਵਾਂ ਹੋ ਸਕਦੀਆਂ, ਸਜ਼ਾਵਾਂ ਇਸ ਕੇਸ 'ਚ ਵੀ ਹੋ ਜਾਣੀਆਂ ਸੀ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇਹਨਾਂ ਦੇ ਏਜੰਟ ਗੰਦੀ ਰਾਜਨੀਤੀ ਨਾ ਕਰਦੇ। ਇਹਦੇ 'ਚ ਗੁਰੂ ਸਾਹਿਬ ਦੀ ਬੇਅਦਬੀ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਜੇ ਨਾ ਕਰਦੇ, ਧਾਲੀਵਾਲ ਸਾਹਿਬ, ਤੁਹਾਡੀ ਸਰਕਾਰ, ਤੁਹਾਡੀ ਪਾਰਟੀ, ਕਾਂਗਰਸ ਪਾਰਟੀ, ਤੁਹਾਡੇ ਅਖੌਤੀ ਏਜੰਟ ਜਿਹੜੇ ਆ ਸਾਰੇ ਉਸ ਵੇਲੇ ਗਵਰਨਰ ਕੋਲੇ ਤੇ ਰਾਸ਼ਟਰਪਤੀ ਕੋਲੇ ਗਏ ਸੀ ਕਿ ਪੰਜਾਬ ਪੁਲਿਸ ਤੋਂ ਇਨਵੈਸਟੀਗੇਸ਼ਨ ਲੈ ਕੇ ਸੀਬੀਆਈ ਨੂੰ ਦਿਓ। ਸਾਡੇ ਤੋਂ ਤਾਂ 15 ਦਿਨਾਂ 'ਚ ਇਨਵੈਸਟੀਗੇਸ਼ਨ ਚਲੀ ਗਈ ਸੀ, ਤਾਂ ਸਾਡੇ ਤੇ 1.25 ਸਾਲ ਜਾਂ 2.5 ਸਾਲ ਦੀ ਤੁਸੀਂ ਗੱਲ ਨਹੀਂ ਕਰ ਸਕਦੇ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ ਹੋਮ ਮਿਨਿਸਟਰ ਇਹਦੇ ਜ਼ਿੰਮੇਵਾਰ ਨੇ ਇਸ ਗੋਲੀ ਕਾਂਡ ਦੇ। ਵੇਖੋ ਹੁਣ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਫਾਈਨਲ ਰਿਪੋਰਟ ਪੇਸ਼ ਹੋ ਗਈ, ਸਾਰੇ ਚਲਾਨ ਪੇਸ਼ ਹੋ ਗਏ, ਟ੍ਰਾਇਲ ਚੱਲ ਪਿਆ। ਅੱਜ ਤੱਕ ਤਾਂ ਸਿਆਸਤ ਗੰਦੀ ਰਾਜਨੀਤੀ ਇਸ ਗੱਲ ਤੇ ਕੀਤੀ ਕਿ ਬੇਅਦਬੀ ਵਾਸਤੇ ਜ਼ਿੰਮੇਵਾਰ ਹੈ, ਉਹਦੇ 'ਚ ਕਿਤੇ ਨਾਂ ਨਹੀਂ ਆਇਆ ਤੇ ਮੁੱਖ ਮੰਤਰੀ ਨੇ ਆਪ ਫਾਈਨਲ ਰਿਪੋਰਟ ਉਹਦੀ ਪੇਸ਼ ਕੀਤੀ ਹੈ। ਉਹਨੂੰ ਛੱਡ ਕੇ ਹੁਣ ਗੋਲੀ ਕਾਂਡ ਤੇ ਆਏ ਹੈ, ਜਿਹਦੇ 'ਚ ਕੋਟਕਪੂਰੇ 'ਚ ਇੱਕ ਸਾਡੇ ਭਰਾ ਜ਼ਖਮੀ ਹੋਇਆ ਗੋਲੀ ਵੱਜਣ ਨਾਲ। ਕਹਿੰਦੇ ਜੀ ਇਸ ਕਰਕੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਕਿਉਂਕਿ ਉਹ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਸੀ। ਤੇ
ਸਟੇਟ ਵਿੱਚ ਕੁਝ ਵੀ ਹੋਵੇ, ਸਟੇਟ ਦਾ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਜ਼ਿੰਮੇਵਾਰ ਹੁੰਦਾ ਹੈ, ਕਿਉਂਕਿ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਹੈ। ਇਹ ਤਰਕ ਦਿੱਤਾ ਕੱਲ ਧਾਲੀਵਾਲ ਸਾਹਿਬ ਨੇ। ਫਿਰ ਧਾਲੀਵਾਲ ਸਾਹਿਬ, ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ, ਫਿਰ ਇਹ ਤਰਕ ਜਿਹੜਾ ਹੈ ਇਹ ਸਭ ਤੇ ਲਾਗੂ ਹੁੰਦਾ ਤੇ ਸਭ ਤੇ ਲਾਗੂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਗਿਆ, ਬੜੀ ਦਰਦਨਾਕ ਮੌਤ ਹੋਈ, ਪੰਜਾਬ ਦੇ ਸੂਬੇ 'ਚ ਹੋਈ, ਪੰਜਾਬ ਦੀ ਧਰਤੀ ਤੇ ਹੋਈ। ਫਿਰ ਇਹੀ ਤਰਕ ਲਾਗੂ ਕਰਕੇ ਭਗਵੰਤ ਮਾਨ ਉਸ ਸਰਕਾਰ ਦਾ ਮੁੱਖ ਮੰਤਰੀ ਵੀ ਹੈ ਤੇ ਹੋਮ ਮਿਨਿਸਟਰ ਵੀ ਹੈ। ਫਿਰ ਭਗਵੰਤ ਮਾਨ ਜ਼ਿੰਮੇਵਾਰ ਹੋਣਾ ਚਾਹੀਦਾ ਉਸ ਘਟਨਾ ਦਾ, ਜ਼ਿੰਮੇਵਾਰੀ ਉਹਦੇ ਤੇ ਵੀ ਪਾਓ। ਨਾਲੇ ਇਹ ਤਾਂ ਉਦੋਂ ਵੀ ਇੱਕ ਸਟੈਪ ਅੱਗੇ ਚਲੇ ਜਾਂਦਾ ਹੈ, ਕਿਉਂਕਿ ਉਹਦੀ ਭਰਾ ਦੀ ਸਾਡੇ ਦੀ ਸਿਕਿਉਰਿਟੀ ਵਿਡਰਾਅ ਹੋਈ ਤੇ ਮੁੜ ਕੇ ਮੀਡੀਆ ਨੂੰ ਸਾਰੀ ਇਨਫੋਰਮੇਸ਼ਨ ਲੀਕ ਕੀਤੀ ਗਈ। ਹੁਣ ਸਿਕਿਉਰਿਟੀ ਵਿਡਰਾਅ ਕਰਦਾ ਹੈ ਹੋਮ ਮਿਨਿਸਟਰ। ਹੋਮ ਮਿਨਿਸਟਰ ਕੌਣ ਹੈ? ਭਗਵੰਤ ਮਾਨ। ਮੀਡੀਆ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਉਹ ਜਾਂਦੀ ਹੈ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਰਾਹੀਂ, ਤੇ ਪਬਲਿਕ ਰਿਲੇਸ਼ਨਸ ਦਾ ਮੰਤਰੀ ਕੌਣ ਹੈ? ਫਿਰ ਭਗਵੰਤ ਮਾਨ। ਉਸ ਵੇਲੇ ਭਗਵੰਤ ਮਾਨ ਸੀ, ਅੱਜ ਅਮਨ ਅਰੋੜਾ ਹੈ, ਪਰ ਉਸ ਵੇਲੇ ਭਗਵੰਤ ਮਾਨ ਸੀ। ਸੋ ਭਗਵੰਤ ਮਾਨ ਦੀ ਦੋਹਰੀ ਜ਼ਿੰਮੇਵਾਰੀ ਬਣ ਗਈ। ਸਿਕਿਉਰਿਟੀ ਭਗਵੰਤ ਮਾਨ ਦੇ ਆਰਡਰਾਂ ਤੇ ਵਿਡਰਾਅ ਹੋਈ, ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਭਗਵੰਤ ਮਾਨ ਦੇ ਹੁਕਮਾਂ ਨਾਲ ਗਈ। ਸੋ ਫਿਰ ਭਗਵੰਤ ਮਾਨ ਵੀ ਇਸ ਕੇਸ ਦੇ ਵਿੱਚ ਜ਼ਿੰਮੇਵਾਰ ਹੋਊਗਾ। ਇਹ ਦੋਹਰੇ ਮਾਪਦੰਡ ਨਹੀਂ ਚੱਲਣੇ, ਦੋ ਕਾਨੂੰਨ ਨਹੀਂ ਹੋ ਸਕਦੇ, ਕਾਨੂੰਨ ਸਭ ਵਾਸਤੇ ਇੱਕ ਹੋਊਗਾ। ਉਸ ਤੋਂ ਵੀ ਮੈਂ ਅੱਗੇ ਜਾਊਂਗਾ। ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਹੈ, ਸਾਰੀਆਂ ਇਨਵੈਸਟੀਗੇਸ਼ਨਸ ਨੇ ਇਹ ਸਾਬਿਤ ਕਰਤਾ ਕਿ ਉਹਦੀ ਪਲੈਨਿੰਗ ਤਿਹਾੜ ਜੇਲ੍ਹ 'ਚ ਬਹਿ ਕੇ ਹੋਈ ਹੈ। ਤਿਹਾੜ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਸੀ, ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਬੰਦੇ ਮੁਹੱਈਆ ਕਰਾਏ, ਅਸਲਾ ਮੁਹੱਈਆ ਕਰਾਇਆ, ਗੱਡੀਆਂ ਮੁਹੱਈਆ ਕਰਾਈਆਂ, ਤੇ ਤਿਹਾੜ ਜੇਲ੍ਹ 'ਚ ਜੇ ਬਹਿ ਕੇ ਸਾਜ਼ਿਸ਼ ਘੜੀ ਗਈ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ, ਮੈਂ ਕਲੀਅਰ ਕਰ ਦਿਆਂ, ਸੈਂਟਰ ਸਰਕਾਰ ਦੇ ਨਹੀਂ, ਦਿੱਲੀ ਸਰਕਾਰ ਦੇ। ਫਿਰ ਇਸ ਤਰਕ ਨਾਲ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ ਇਸ ਕਤਲ ਦਾ, ਕਿਉਂਕਿ ਉਹਦੀ ਸਰਕਾਰ ਦੇ ਥੱਲੇ ਬਹਿ ਕੇ ਇਹਦੀ ਸਾਜ਼ਿਸ਼ ਘੜੀ ਗਈ। ਇੰਟਰਨੈਟ ਜੇਲ੍ਹਾਂ 'ਚ ਕਿਵੇਂ ਗਏ, ਫੋਨ ਕਿਵੇਂ ਗਏ, ਬਾਹਰ ਸੰਪਰਕ ਕਿਵੇਂ ਹੋਇਆ। ਫਿਰ ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰੀ ਕਬੂਲਣ ਸਾਡੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦੀ। ਮੈਂ ਦੁਬਾਰਾ ਕਹਾਂ, ਦੋਹਰੇ ਮਾਪਦੰਡ ਨਹੀਂ ਚੱਲਣੇ। ਤੁਸੀਂ ਬੜਾ ਚਿਰ ਲੰਮਾ ਸਮਾਂ ਹੋ ਗਿਆ ਗੰਦੀ ਸਿਆਸਤ ਕਰਦਿਆਂ ਨੂੰ ਇਸ ਮਸਲੇ। ਅਸੀਂ ਇਸ ਕਰਕੇ ਚੁੱਪ ਸੀ ਵੀ ਲੋਕ ਸੱਚ ਸਮਝਣਗੇ, ਪਰ ਤੁਹਾਡੀ ਗੱਲ ਦਾ ਜਵਾਬ ਦੇਣਾ ਤੁਹਾਡੀ ਭਾਸ਼ਾ 'ਚ ਬੜਾ ਜ਼ਰੂਰੀ ਹੈ। ਸੋ ਫਿਰ ਜ਼ਿੰਮੇਵਾਰੀ ਉਹਨਾਂ ਤੇ ਵੀ ਪਾਈ ਜਾਵੇ। ਫਿਰ ਤੁਸੀਂ ਕਹਿੰਦੇ ਹੋ ਗੋਲੀ ਕਿਹਦੇ ਹੁਕਮਾਂ ਨਾਲ ਚੱਲੀ? ਸੂਬੇ 'ਚ ਗੋਲੀ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਨਹੀਂ ਚੱਲਦੀ। ਪਟਿਆਲੇ ਗੋਲੀ ਕਾਂਡ ਹੋਇਆ, ਤੁਹਾਡੀ ਸਰਕਾਰ 'ਚ ਹੋਇਆ, ਬੰਦਾ ਇੰਜਰਡ ਹੋਇਆ। ਫਿਰ ਭਗਵੰਤ ਮਾਨ ਹੋਮ ਮਿਨਿਸਟਰ ਵੀ ਹੈ, ਮੁੱਖ ਮੰਤਰੀ ਵੀ ਹੈ, ਪਾਓ ਜ਼ਿੰਮੇਵਾਰੀ ਉਹਦੇ ਤੇ, ਰੱਖੋ ਪਰਚੇ 'ਚ ਉਹਨੂੰ ਬਰਾਬਰ। ਇਹ ਤੁਹਾਡੀ ਗੰਦੀ ਸਿਆਸਤ ਹੁਣ ਚੱਲਣ ਨਹੀਂ ਦੇਣੀ। ਤੁਹਾਨੂੰ ਬੜਾ ਹੁਣ ਇਸ ਇਸ਼ੂ ਤੇ ਦੋਗਲੀ ਰਾਜਨੀਤੀ ਨਹੀਂ ਹੋਊਗੀ, ਹੁਣ ਦੋਹਰੇ ਮਾਪਦੰਡ ਨਹੀਂ ਹੋਣਗੇ। ਫਿਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜ਼ਿੰਮੇਵਾਰ, ਉਹਨਾਂ ਨੂੰ ਪਾਓ ਸਿੱਧੂ ਮੂਸੇਵਾਲੇ ਦੇ ਕਤਲ 'ਚ, ਤੇ ਪਟਿਆਲੇ ਵਾਲੇ ਗੋਲੀकांड 'ਚ ਭਗਵੰਤ ਮਾਨ ਨੂੰ ਵੀ ਜ਼ਿੰਮੇਵਾਰ ਪਾਇਆ ਜਾਵੇ। ਫਿਰ ਤੁਸੀਂ ਅੱਗੇ ਗੱਲ ਕੀਤੀ ਕਿ ਅਸੀਂ ਸਿੱਖ ਹਾਂ, ਸਾਡਾ ਗੁਰੂ, ਮੱਥਾ ਟੇਕਦੇ ਹਾਂ, ਕਿਵੇਂ ਹੋ ਗਈ ਇਹ ਬੇਅਦਬੀ, ਸਾਨੂੰ ਦੁੱਖ ਹੈ। ਸਾਰੇ ਸਿੱਖਾਂ ਨੂੰ ਦੁੱਖ ਹੈ। ਧਾਲੀਵਾਲ ਸਾਹਿਬ, ਹੋ ਸਕਦਾ ਤੁਹਾਨੂੰ ਵੀ ਦੁੱਖ ਹੋਊਗਾ, ਮੈਂ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ। ਤੁਸੀਂ ਕਿਹਾ ਮਾਨ ਸਾਹਿਬ ਦੀ ਸਰਕਾਰ ਐ ਨਹੀਂ। ਕਿਹੜੇ ਮਾਨ ਸਾਹਿਬ? ਉਹ ਮਾਨ ਸਾਹਿਬ ਜਿਹੜਾ दारू ਪੀ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰ ਚਲਾ ਗਿਆ ਹੋਵੇ, ਜਿਹਨੂੰ ਗੁਰੂ ਦੀ ਸੰਗਤ ਨੇ ਨਸ਼ੇ ਦੇ ਵਿੱਚ ਧੁੱਤ ਹੋਣ ਕਾਰਨ ਗੁਰੂ ਸਾਹਿਬ ਦੀ ਹਾਜ਼ਰੀ 'ਚੋਂ ਭਜਾਇਆ ਹੋਵੇ। ਉਹ ਮਾਨ ਸਾਹਿਬ ਇਨਸਾਫ ਦੇਊਗਾ? ਉਸ ਮਾਨ ਸਾਹਿਬ ਦੀ ਗੱਲ ਕਰਦੇ ਹੋ? ਤੇ ਤੁਸੀਂ ਜਿਸ ਗੁਰੂ ਦੀ ਗੱਲ ਕਰਦੇ ਹੋ, ਉਸ ਗੁਰੂ ਦੀ ਬੇਅਦਬੀ, ਜਦੋਂ ਉਸ ਗੁਰੂ ਦੀ ਸਵਾਰੀ ਨੂੰ ਖੜਾ ਕੇ ਤੁਹਾਡੇ ਪੁਲਿਸ ਵਾਲਿਆਂ ਨੇ ਮੈਟਲ ਡਿਟੈਕਟਰ ਲਾ ਕੇ ਤੇ ਚੈਕਿੰਗ ਕਰਕੇ, ਜਦੋਂ ਮੁੱਖ ਮੰਤਰੀ ਦੀ ਸ਼ਾਦੀ ਸੀ, ਉਸ ਸਵਾਰੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਕਿ ਉਦੋਂ ਤੁਹਾਡੇ ਦਿਲ 'ਚ ਦਰਦ ਨਹੀਂ ਹੋਇਆ ਕਿ ਸਾਡੇ ਗੁਰੂ ਦੀ ਸਵਾਰੀ ਕਿਵੇਂ ਰੋਕੀ ਗਈ? ਪੰਜਾਬ ਦੇ ਲੋਕ ਸਭ ਸਮਝਦੇ ਆ, ਇਹ ਚਾਲਾਂ ਤੁਹਾਡੀਆਂ ਹੁਣ ਨਹੀਂ ਚੱਲਣ ਦੇਣੀਆਂ। ਫਿਰ ਤੁਸੀਂ ਇੱਕ ਗੱਲ ਬੜੀ ਹੋਰ ਅਹਿਮ ਕੀਤੀ
ਕਿ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਅਰੈਸਟ ਕਰੋ, ਸਮਨ ਨਾ ਕਰੋ। ਹੁਣ ਅਰੈਸਟ ਕਰੋ, ਬੜਾ ਸਿਆਣਾ ਸਾਡਾ ਐਮਐਲਏ ਆ ਤੁਸੀਂ ਕਿਹਾ, ਤੇ ਉਹ ਕਹਿੰਦਾ ਅਰੈਸਟ ਕਰੋ। ਮੈਂ ਪਹਿਲਾਂ ਤਾਂ ਉਸ ਤੁਹਾਡੇ ਸਿਆਣੇ ਐਮਐਲਏ ਦਾ ਜਿਹੜਾ ਬੈਕਗ੍ਰਾਉਂਡ ਹੈ ਨਾ, ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ, ਪਰ ਮੈਂ ਫਿਰ ਵੀ 2 ਮਿੰਟਾਂ 'ਚ ਸਾਰੀ ਗੱਲ ਦੁਬਾਰਾ ਰੀਵਾਈਂਡ ਕਰਾ ਦਿਆਂ, ਲੋਕ ਕਈ ਵਾਰੀ ਭੁੱਲ ਜਾਂਦੇ ਆ। ਇਹ ਉਹ ਅਫਸਰ ਹੈ ਜਿਹੜਾ ਹਿੰਦੁਸਤਾਨ ਦੀ ਹਰ ਕਨਸਟੀਟਿਊਸ਼ਨਲ ਬਾਡੀ ਵੱਲੋਂ ਇੰਡਾਈਟ ਕੀਤਾ ਗਿਆ, ਦੋਸ਼ੀ ਪਾਇਆ ਗਿਆ। ਇਹਦਾ ਕੰਡਕਟ ਹਮੇਸ਼ਾ ਸ਼ੱਕ ਦੇ ਘੇਰੇ 'ਚ ਰਿਹਾ, ਕਾਨੂੰਨ ਦੇ ਦਾਇਰੇ 'ਚ ਹਮੇਸ਼ਾ ਇਹਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਮੈਂ ਉਦਾਹਰਨਾਂ 2-3 ਦੇ ਦਿੰਦਾ। ਇੱਕ ਪ੍ਰਾਪਰਟੀ ਦੇ ਡਿਸਪਿਊਟ 'ਚ ਜਿਹਨੂੰ ਸਿਵਲ ਮੈਟਰ ਨੂੰ ਇਹਨੇ ਕ੍ਰਿਮੀਨਲ ਕਰਕੇ ਉਹਨਾਂ ਲੋਕਾਂ ਤੇ ਤਸ਼ੱਦਦ ਕੀਤਾ, ਹਾਈ ਕੋਰਟ 'ਚ ਕੇਸ ਆਇਆ, ਇਹਨੂੰ ਇੰਡਾਈਟ ਕੀਤਾ ਗਿਆ। ਮਾਫੀ ਮੰਗ ਕੇ ਤੇ ਫਾਈਨ ਭਰ ਕੇ ਇਹਦੀ ਜਾਨ ਛੱਡੀ ਸੀ। ਅੱਜ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਸੰਜੇ ਕਿਸ਼ਨ ਕੌਲ, ਉਸ ਵੇਲੇ ਉਹ ਜੱਜ ਸੀ ਇੱਥੇ ਹਾਈ ਕੋਰਟ 'ਚ। ਇਹ ਉਹੀ ਅਫਸਰ ਹੈ ਜਿਹਨੂੰ ਇਲੈਕਸ਼ਨ ਕਮਿਸ਼ਨ ਨੇ ਇੰਡਾਈਟ ਕੀਤਾ ਕਿ ਇਹ ਕਿਸੇ ਰਿਸਪੌਂਸਿਬਲ ਪੋਸਟ ਤੇ ਇਲੈਕਸ਼ਨ 'ਚ ਨਹੀਂ ਹੋਲਡ ਨਹੀਂ ਕਰ ਸਕਦਾ, ਕਿਉਂਕਿ ਇਹਦਾ ਜਿਹੜਾ ਕੰਡਕਟ ਹੈ ਉਹ ਅਬਵ ਬੋਰਡ ਨਹੀਂ ਹੈ, ਉਹ ਸਾਫ਼ ਨਹੀਂ ਹੈ। ਇਹ ਉਹੀ ਅਫਸਰ ਹੈ ਜਿਹਨੂੰ ਆ ਹਾਈ ਕੋਰਟ 'ਚ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂ ਤੇ ਕੀਤੀ ਸੀ, ਉਹਦੇ ਤੇ ਜਿਹੜੀ ਝਾੜ ਪਈ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਕਿਸੇ ਅਫਸਰ ਨੂੰ ਨਹੀਂ ਪਈ ਹੋਣੀ। ਬਿਆਨਬਾਜ਼ੀ ਤੁਹਾਡੇ ਵਾਂਗੂ ਇਹਨੇ ਵੀ ਬੜੀ ਕੀਤੀ ਸੀ ਕਿ ਬਾਦਲਾਂ ਨੇ ਐ ਕੀਤਾ, ਬਾਦਲਾਂ ਨੇ ਇਉਂ ਕੀਤਾ, ਤੇ ਜਦੋਂ ਚਲਾਨ ਪੇਸ਼ ਕੀਤਾ ਹਾਈ ਕੋਰਟ ਨੇ ਲਿਖਿਆ, ਮੈਂ ਇੱਕੋ ਹੀ ਲਾਈਨ ਪੜੂੰਗਾ, ਕਿ ਇਹ ਬਿਆਨਬਾਜ਼ੀ ਬੜੀ ਕਰਦਾ ਰਿਹਾ, ਪਰ ਚਾਰਜ ਸ਼ੀਟ ਜਿਹੜੀ ਇਹਨੇ ਫਾਈਲ ਕੀਤੀ ਉਹਨਾਂ ਦੇ ਵਿੱਚ ਕਿਤੇ ਵੀ ਬਾਦਲ ਸਾਹਿਬ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਨਹੀਂ ਇਹ ਪਾ ਸਕਿਆ। ਇਹ ਹਾਈ ਕੋਰਟ ਦੀਆਂ ਫਾਈਂਡਿੰਗਾਂ। ਇਹ ਉਹ ਸਿਆਣਾ ਅਫਸਰ ਤੁਸੀਂ ਇਹਨੂੰ ਕਹਿੰਦੇ ਹੋ? ਐਡਾ ਸਿਆਣਾ ਸੀ, ਬਣਾਉਂਦੇ ਮੰਤਰੀ ਇਹਨੂੰ, ਫਿਰ ਬਣਾਇਆ ਕਿਉਂ ਨਹੀਂ? ਸਿਆਸਤ ਵਾਸਤੇ ਨਾ ਵਰਤੋ ਹਰ ਚੀਜ਼। ਦੂਜੀ ਗੱਲ, ਜਿੱਥੋਂ ਤੱਕ ਇਹ ਕੁੰਵਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਸੀ ਕਿ ਅਰੈਸਟ ਕਰੋ, ਸਮਨ ਨਾ ਕਰੋ, ਮੈਂ ਇਹਨੂੰ ਬਿਹਾਰੀ ਬਾਬੂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੇਰੇ ਕੋਲੇ 3 ਸਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਰਹੀ ਹੈ। 2018 ਚ ਸਿੱਟ ਬਣੀ, 2021 ਚ ਹਾਈ ਕੋਰਟ ਨੇ ਤੈਨੂੰ ਜ਼ਲੀਲ ਕਰਕੇ, ਤੇਰੀ ਔਕਾਤ ਤੈਨੂੰ ਦਿਖਾ ਕੇ ਸਿੱਟ ਚੋਂ ਬਾਹਰ ਕੱਢਿਆ ਸੀ, ਸਿੱਟ ਡਿਸਬੈਂਡ ਕੀਤੀ ਸੀ। ਸਾਰੀ ਇਨਵੈਸਟੀਗੇਸ਼ਨ ਤੇਰੀ ਜੋ ਸੀ ਸਾਰੀ ਕੁਆਸ਼ ਕੀਤੀ ਸੀ ਕਿ ਤੂੰ ਸਿਆਸਤ ਕੀਤੀ ਹੈ, ਹਾਈ ਕੋਰਟ ਨੇ ਕਿਹਾ ਸੀ। 3 ਸਾਲ ਤੇਰੇ ਕੋਲੇ ਇਨਵੈਸਟੀਗੇਸ਼ਨ ਰਹੀ ਹੈ ਤੇ ਤੂੰ ਨਾ ਅਰੈਸਟ ਕੀਤਾ। ਅੱਜ ਕਹੀ ਜਾਂਦਾ ਹੈ, ਉਦੋਂ ਤੂੰ ਨਾ ਅਰੈਸਟ ਕੀਤਾ ਵੀ, ਫਿਰ ਕੀ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਅਰੈਸਟ ਤਾਂ ਛੱਡੋ, ਤੇਰੇ ਤੋਂ ਤਾਂ ਨਾਮਜ਼ਦ ਨਹੀਂ ਕੀਤਾ ਗਿਆ ਕਿਹਨਾਂ ਨੂੰ, ਕਿਉਂਕਿ ਨਾਮਜ਼ਦ ਕਰਨ ਵਾਸਤੇ ਕੋਰਟ ਦੇ ਵਿੱਚ ਐਵੀਡੈਂਸ ਚਾਹੀਦਾ ਤੇ ਤੇਰੇ ਕੋਲੇ ਕੋਈ ਐਵੀਡੈਂਸ ਨਹੀਂ ਸੀ। ਕੇਵਲ ਤੇ ਕੇਵਲ ਸਿਆਸੀ ਬਿਆਨਬਾਜ਼ੀ ਸੀ ਜਿੰਨੀ ਤੂੰ ਕਰ ਰਿਹਾ ਸੀ। ਅੱਜ ਲੋਕਾਂ ਨੂੰ ਸਲਾਹਾਂ ਦਿੰਨਾ ਹੈ, ਉਹ ਹੈ ਜਿਹੜੀ ਤੇਰੀ ਸੁਣੀ ਜਾਂਦੇ ਆ। ਸਵਾਲ ਹੈ ਮੇਰਾ ਤੈਨੂੰ ਡਾਇਰੈਕਟ ਕਿ 3 ਸਾਲ 2018 ਤੋਂ ਲੈ ਕੇ ਰਣਜੀਤ ਸਿੰਘ ਰਿਪੋਰਟ ਜਿਹੜੀ ਹੈ ਉਹਨੇ ਉਦੋਂ ਬਾਅਦ ਸਿੱਟ ਬਣੀ ਹੈ 2018 ਚ, 2018 ਤੋਂ ਲੈ ਕੇ 2021 ਤੱਕ ਤੇਰੇ ਕੋਲੇ 3 ਸਾਲ ਇਨਵੈਸਟੀਗੇਸ਼ਨ ਰਹੀ। ਕੀ ਕਰਦਾ ਸੀ ਫਿਰ? ਸੁੱਤਾ ਪਿਆ ਸੀ ਤੂੰ ਕਿ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਸੋ ਮੈਂ ਬੇਨਤੀ ਕਰੂੰਗਾ ਇਹਨਾਂ ਸਾਰੇ ਮੰਤਰੀ ਸਭਾਨਾਂ ਨੂੰ ਵੀ ਤੇ ਸਾਰੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਕਿ ਸਿਆਸਤ ਨਾ ਕਰੋ। 5 ਸਾਲ ਕਾਂਗਰਸ ਨੇ ਕੀਤੀ ਤੇ ਹੁਣ ਤੁਸੀਂ ਵੀ ਉਹੀ ਕੰਮ ਫੜ ਰੱਖੇ। ਸੋ ਇਸ ਕਰਕੇ ਮੇਰੀ ਬੇਨਤੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦੱਸਣੀ ਚਾਹੁੰਦਾ ਕਿ ਇੱਕਦਮ ਅਵਾਲਾ ਕਿਉਂ ਆਇਆ ਕੱਲ। ਅਵਾਲਾ ਇਸ ਕਰਕੇ ਆਇਆ ਕਿ 500 ਕਰੋੜ ਰੁਪਇਆ ਛੱਕ ਕੇ ਤੇ ਡਕਾਰ ਮਾਰ ਗਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ। ਜਿਹੜਾ ਐਕਸਾਈਜ਼ ਦਾ ਸਕੈਮ ਤਰੀਕਾਂ ਤੇ ਸਮਾਂ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਉਜਾਗਰ ਕੀਤਾ, ਪਰਸੋਂ ਪ੍ਰੈਸ ਕਾਨਫਰੰਸ ਕੀਤੀ ਤੇ ਕੱਲ ਇਹਨਾਂ ਨੂੰ ਬੇਅਦਬੀ ਦੇ ਇਸ਼ੂ ਤੇ ਸਭ ਕੁਝ ਯਾਦ ਆ ਗਿਆ। ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਆ। 500 ਕਰੋੜ ਦੇ ਸਕੈਮ ਤੋਂ ਤੁਸੀਂ ਬਚ ਨਹੀਂ ਸਕੋਗੇ, ਨਾ ਉਹਦੇ ਤੋਂ ਬਚੋਗੇ, ਨਾ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਿਹੜੀਆਂ ਜਿਹੜੇ ਤੁਹਾਡੇ ਤੋਂ ਤੁਸੀਂ ਗੁਨਾਹ ਕੀਤੇ ਆ, ਨਾ ਉਹਦੇ ਤੋਂ ਬਚੋਗੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਬੜਾ ਸੈਂਸਿਟਿਵ ਸੰਵੇਦਨਸ਼ੀਲ ਮੁੱਦਾ ਆਪਣੇ ਸਭ ਦੇ ਹਿਰਦਿਆਂ ਦੇ ਬੜਾ ਨੇੜੇ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਦੇ ਬੜਾ ਨੇੜੇ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਸ ਮੁੱਦੇ ਤੇ ਲੋਕਾਂ ਨੂੰ ਇਨਸਾਫ ਦਿਓ, ਲੋਕਾਂ ਦੇ ਹਿਰਦੇ ਦੇ ਵਿੱਚ ਠੰਡ ਪਵੇ, ਦੋਸ਼ੀ ਫੜੇ ਜਾਣ ਤੇ ਬਾਮਿਸਾਲ ਉਹਨਾਂ ਨੂੰ ਸਜ਼ਾਵਾਂ ਮਿਲਣ ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਕਾਂਡ ਕਰਨ ਦੀ ਸੋਚ ਵੀ ਨਾ ਸਕੇ ਤੇ ਕੋਈ ਇਹਦੇ ਤੇ ਸਿਆਸਤ ਕਰਨ ਦੀ ਵੀ ਬਾਰੇ ਸੋਚ ਨਾ ਸਕੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੀ ਸੰਗਤ ਨੂੰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਧੰਨਵਾਦ, ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋ। ਇੱਕ ਬੜਾ ਅਹਿਮ ਮੁੱਦਾ ਪੰਜਾਬ ਦੇ ਨਾਲ ਜੁੜਿਆ, ਸਿੱਖਾਂ ਦੇ ਨਾਲ ਜੁੜਿਆ, ਦੁਨੀਆ ਭਰ ਦੇ ਵਿੱਚ ਵਸੇ ਪੰਜਾਬੀਆਂ, ਨਾਨਕ ਨਾਮ ਲੇਵਾ ਸੰਗਤ ਨਾਲ ਜੁੜਿਆ, ਇਨਸਾਨੀਅਤ ਨਾਲ ਜੁੜਿਆ, ਜਿਹਦੀ ਪੀੜਾ ਆਪਾਂ ਸਾਰੇ ਆਪਦੇ ਪਿੰਡੇ ਤੇ ਹੰਢਾ ਰਹੇ ਹਾਂ। ਮੈਂ ਅੱਜ ਉਸ ਅਹਿਮ ਮੁੱਦੇ ਤੇ ਤੁਹਾਡੇ ਨਾਲ ਲਾਈਵ ਹੋਣ ਜਾ ਰਿਹਾ। ਕੱਲ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ, ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਦੇਖੀ, ਜਿਹਦੇ 'ਚ ਜਿਹੜਾ ਦੁਖਾਂਤ ਅੱਜ ਤੋਂ 7 ਸਾਲ ਪਹਿਲਾਂ ਵਾਪਰਿਆ ਸੀ, ਬੇਅਦਬੀਆਂ ਹੋਈਆਂ, ਉਸ ਤੋਂ ਬਾਅਦ ਸਾਡੇ ਭਰਾ ਸ਼ਹੀਦ ਹੋਏ, ਉਸ ਮਸਲੇ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਵਾਪਰਿਆ, ਸਾਡੀ ਸਰਕਾਰ ਦੌਰਾਨ ਵਾਪਰਿਆ। ਇਹ ਅਸੀਂ ਪਹਿਲਾਂ ਵੀ 100 ਵਾਰ ਕਹਿ ਚੁੱਕੇ ਹਾਂ, ਸਾਰੀ ਜ਼ਿੰਦਗੀ ਇਸ ਗੱਲ ਦਾ ਦੁੱਖ ਰਹੂਗਾ। ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਕਿ 7 ਸਾਲ ਹੀ ਹੋ ਗਏ ਜਿਸ ਦਿਨ ਤੋਂ ਇਹ ਦੁਖਾਂਤ ਵਾਪਰਿਆ। ਇਹਦੇ ਤੇ ਸਿਆਸਤ, ਗੰਦੀ ਰਾਜਨੀਤੀ, ਨੀਵੇਂ ਪੱਧਰ ਦੀ ਰਾਜਨੀਤੀ, ਸਿਆਸੀ ਰੋਟੀਆਂ ਸੇਕਣ ਲਈ ਰਾਜਨੀਤੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਤੇ ਇਹਨਾਂ ਦੇ ਏਜੰਟਾਂ ਵੱਲੋਂ ਉਸ ਦਿਨ ਤੋਂ ਸ਼ੁਰੂ ਹੋਈ। ਕੱਲ ਕਈ ਇਸ਼ੂਜ਼ ਕੁਲਦੀਪ ਧਾਲੀਵਾਲ ਜੀ ਨੇ ਰੇਜ਼ ਕੀਤੇ, ਕਿਉਂਕਿ ਕੋਈ ਗੱਲ ਦਾ ਜੇ ਜਵਾਬ ਨਾ ਦਿੱਤਾ ਜਾਵੇ, ਸਿਆਣੇ ਕਹਿੰਦੇ ਜੇ ਝੂਠ ਵੀ ਕੋਈ 100 ਵਾਰੀ ਬੋਲਦੇ ਤਾਂ ਲੋਕ ਉਹਨੂੰ ਸੱਚ ਸਮਝਣ ਲੱਗ ਜਾਂਦੇ ਆ। ਮੈਂ ਅੱਜ ਉਸ ਕਰਕੇ ਉਹਨਾਂ ਗੱਲਾਂ ਦਾ ਜਵਾਬ ਦੇਣ ਲੱਗਿਆ। ਪਹਿਲੀ ਗੱਲ ਜਿਹੜੀ ਕੁਲਦੀਪ ਧਾਲੀਵਾਲ ਮੰਤਰੀ ਸਾਹਿਬ ਨੇ ਰੇਜ਼ ਕੀਤੀ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਸੀ, ਤੇ 2.5 ਸਾਲ ਦਾ ਇਹਨਾਂ ਕੋਲੇ ਸਮਾਂ ਸੀ ਤੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਪਹਿਲੀ ਗੱਲ ਤਾਂ ਮੈਂ ਧਾਲੀਵਾਲ ਸਾਹਿਬ ਜਾਂ ਤਾਂ ਇਗਨੋਰੈਂਟ ਹੈ ਜਾਂ ਅਣਜਾਣ ਹੈ ਜਾਂ ਜਾਣ ਕੇ ਗੁੰਮਰਾਹ ਕਰ ਰਹੇ ਹੈ। 2.5 ਸਾਲ ਨਹੀਂ ਸੀ, ਇਹ ਅਕਤੂਬਰ 2015 ਦੀਆਂ ਦੁਖਦਾਈ ਘਟਨਾਵਾਂ ਹੈ ਤੇ ਜਨਵਰੀ ਦੇ ਵਿੱਚ ਇਲੈਕਸ਼ਨ ਆ ਗਈ ਸੀ। 1 ਸਾਲ 3 ਮਹੀਨੇ ਦਾ ਸਮਾਂ ਸੀ, ਪਰ ਚਲੋ ਉਹ ਵੀ ਸਮਾਂ ਬਹੁਤ ਸੀ। ਸਮਾਂ ਸਾਨੂੰ ਓਨਾ ਵੀ ਮਿਲ ਜਾਂਦਾ ਤਾਂ ਅੱਜ ਦੋਸ਼ੀ ਫੜ ਕੇ ਸਜ਼ਾਵਾਂ ਦਵਾਈਆਂ ਹੋਣੀਆਂ ਸੀ। ਤੁਹਾਡੇ ਸਾਹਮਣੇ ਉਦਾਹਰਨ ਹੈ ਗੁਰੂਸਰ ਤੇ ਮਲਕੇ। ਬਰਗਾੜੀ ਵਾਲੀਆਂ ਦੁਖਦਾਈ ਘਟਨਾਵਾਂ ਅਕਤੂਬਰ 'ਚ ਹੁੰਦੀਆਂ, ਗੁਰੂਸਰ ਤੇ ਮਲਕੇ ਨਵੰਬਰ 'ਚ ਹੁੰਦੀਆਂ, ਉਦੋਂ ਬਾਅਦ ਹੁੰਦੀਆਂ, ਪਰ ਉਹਦੇ 'ਚ ਇਹਨਾਂ ਦਾ ਧਿਆਨ ਨਹੀਂ ਸੀ ਕਿਉਂਕਿ ਸਿਆਸਤ ਵੱਲ ਧਿਆਨ ਚਲਾ ਗਿਆ। ਉਹ ਇਨਵੈਸਟੀਗੇਸ਼ਨ ਉਸ ਵੇਲੇ ਪੰਜਾਬ ਕੋਲ ਰਹਿ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ, ਉਹਨਾਂ ਨੇ ਸਿੱਟ ਬਣਾਈ, ਉਸ ਸਿੱਟ ਨੇ ਇਨਵੈਸਟੀਗੇਸ਼ਨ ਕੀਤੀ, ਐਵੀਡੈਂਸ ਕਲੈਕਟ ਕੀਤਾ, ਚਲਾਨ ਪੇਸ਼ ਕੀਤੇ ਤੇ ਪਿਛਲੇ ਮਹੀਨੇ ਸਜ਼ਾਵਾਂ ਵੀ ਹੋ ਗਈਆਂ ਕੋਰਟ ਦੇ ਵਿੱਚ, ਜਿਹਦੀ ਵਾਹ ਖੱਟਣ ਦੀ ਕੋਸ਼ਿਸ਼ ਇਸ ਸਰਕਾਰ ਨੇ ਵੀ ਕੀਤੀ। ਸੋ ਜੇ ਉਹਨਾਂ ਨੂੰ ਸਜ਼ਾਵਾਂ ਹੋ ਸਕਦੀਆਂ, ਸਜ਼ਾਵਾਂ ਇਸ ਕੇਸ 'ਚ ਵੀ ਹੋ ਜਾਣੀਆਂ ਸੀ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇਹਨਾਂ ਦੇ ਏਜੰਟ ਗੰਦੀ ਰਾਜਨੀਤੀ ਨਾ ਕਰਦੇ। ਇਹਦੇ 'ਚ ਗੁਰੂ ਸਾਹਿਬ ਦੀ ਬੇਅਦਬੀ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਜੇ ਨਾ ਕਰਦੇ, ਧਾਲੀਵਾਲ ਸਾਹਿਬ, ਤੁਹਾਡੀ ਸਰਕਾਰ, ਤੁਹਾਡੀ ਪਾਰਟੀ, ਕਾਂਗਰਸ ਪਾਰਟੀ, ਤੁਹਾਡੇ ਅਖੌਤੀ ਏਜੰਟ ਜਿਹੜੇ ਆ ਸਾਰੇ ਉਸ ਵੇਲੇ ਗਵਰਨਰ ਕੋਲੇ ਤੇ ਰਾਸ਼ਟਰਪਤੀ ਕੋਲੇ ਗਏ ਸੀ ਕਿ ਪੰਜਾਬ ਪੁਲਿਸ ਤੋਂ ਇਨਵੈਸਟੀਗੇਸ਼ਨ ਲੈ ਕੇ ਸੀਬੀਆਈ ਨੂੰ ਦਿਓ। ਸਾਡੇ ਤੋਂ ਤਾਂ 15 ਦਿਨਾਂ 'ਚ ਇਨਵੈਸਟੀਗੇਸ਼ਨ ਚਲੀ ਗਈ ਸੀ, ਤਾਂ ਸਾਡੇ ਤੇ 1.25 ਸਾਲ ਜਾਂ 2.5 ਸਾਲ ਦੀ ਤੁਸੀਂ ਗੱਲ ਨਹੀਂ ਕਰ ਸਕਦੇ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ ਹੋਮ ਮਿਨਿਸਟਰ ਇਹਦੇ ਜ਼ਿੰਮੇਵਾਰ ਨੇ ਇਸ ਗੋਲੀ ਕਾਂਡ ਦੇ। ਵੇਖੋ, ਹੁਣ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਫਾਈਨਲ ਰਿਪੋਰਟ ਪੇਸ਼ ਹੋ ਗਈ, ਸਾਰੇ ਚਲਾਨ ਪੇਸ਼ ਹੋ ਗਏ, ਟ੍ਰਾਇਲ ਚੱਲ ਪਿਆ। ਅੱਜ ਤੱਕ ਤਾਂ ਸਿਆਸਤ, ਗੰਦੀ ਰਾਜਨੀਤੀ ਇਸ ਗੱਲ ਤੇ ਕੀਤੀ ਕਿ ਬੇਅਦਬੀ ਵਾਸਤੇ ਜ਼ਿੰਮੇਵਾਰ ਹੈ, ਉਹਦੇ 'ਚ ਕਿਤੇ ਨਾਂ ਨਹੀਂ ਆਇਆ ਤੇ ਮੁੱਖ ਮੰਤਰੀ ਨੇ ਆਪ ਫਾਈਨਲ ਰਿਪੋਰਟ ਉਹਦੀ ਪੇਸ਼ ਕੀਤੀ ਹੈ। ਉਹਨੂੰ ਛੱਡ ਕੇ ਹੁਣ ਗੋਲੀ ਕਾਂਡ ਤੇ ਆਏ ਹੈ, ਜਿਹਦੇ 'ਚ ਕੋਟਕਪੂਰੇ 'ਚ ਇੱਕ ਸਾਡੇ ਭਰਾ ਜ਼ਖਮੀ ਹੋਇਆ ਗੋਲੀ ਵੱਜਣ ਨਾਲ। ਕਹਿੰਦੇ ਜੀ ਇਸ ਕਰਕੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਕਿਉਂਕਿ ਉਹ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਸੀ ਤੇ ਸਟੇਟ ਵਿੱਚ ਕੁਝ ਵੀ ਹੋਵੇ, ਸਟੇਟ ਦਾ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਜ਼ਿੰਮੇਵਾਰ ਹੁੰਦਾ ਹੈ ਕਿਉਂਕਿ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਹੈ। ਇਹ ਤਰਕ ਦਿੱਤਾ ਕੱਲ ਧਾਲੀਵਾਲ ਸਾਹਿਬ ਨੇ। ਫਿਰ ਧਾਲੀਵਾਲ ਸਾਹਿਬ, ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ, ਫਿਰ ਇਹ ਤਰਕ ਜਿਹੜਾ ਹੈ
ਇਹ ਸਭ ਤੇ ਲਾਗੂ ਹੁੰਦਾ ਤੇ ਸਭ ਤੇ ਲਾਗੂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਗਿਆ, ਬੜੀ ਦਰਦਨਾਕ ਮੌਤ ਹੋਈ, ਪੰਜਾਬ ਦੇ ਸੂਬੇ 'ਚ ਹੋਈ, ਪੰਜਾਬ ਦੀ ਧਰਤੀ ਤੇ ਹੋਈ। ਫਿਰ ਇਹੀ ਤਰਕ ਲਾਗੂ ਕਰਕੇ ਭਗਵੰਤ ਮਾਨ ਉਸ ਸਰਕਾਰ ਦਾ ਮੁੱਖ ਮੰਤਰੀ ਵੀ ਹੈ ਤੇ ਹੋਮ ਮਿਨਿਸਟਰ ਵੀ ਹੈ। ਫਿਰ ਭਗਵੰਤ ਮਾਨ ਜ਼ਿੰਮੇਵਾਰ ਹੋਣਾ ਚਾਹੀਦਾ ਉਸ ਘਟਨਾ ਦਾ, ਜ਼ਿੰਮੇਵਾਰੀ ਉਹਦੇ ਤੇ ਵੀ ਪਾਓ। ਨਾਲੇ ਇਹ ਤਾਂ ਉਦੋਂ ਵੀ ਇੱਕ ਸਟੈਪ ਅੱਗੇ ਚਲੇ ਜਾਂਦਾ ਹੈ ਕਿਉਂਕਿ ਉਹਦੀ ਭਰਾ ਦੀ ਸਾਡੇ ਦੀ ਸਿਕਿਉਰਿਟੀ ਵਿਡਰਾਅ ਹੋਈ ਤੇ ਮੁੜ ਕੇ ਮੀਡੀਆ ਨੂੰ ਸਾਰੀ ਇਨਫੋਰਮੇਸ਼ਨ ਲੀਕ ਕੀਤੀ ਗਈ। ਹੁਣ ਸਿਕਿਉਰਿਟੀ ਵਿਡਰਾਅ ਕਰਦਾ ਹੈ ਹੋਮ ਮਿਨਿਸਟਰ। ਹੋਮ ਮਿਨਿਸਟਰ ਕੌਣ ਹੈ? ਭਗਵੰਤ ਮਾਨ। ਮੀਡੀਆ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਉਹ ਜਾਂਦੀ ਹੈ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਰਾਹੀਂ, ਤੇ ਪਬਲਿਕ ਰਿਲੇਸ਼ਨਸ ਦਾ ਮੰਤਰੀ ਕੌਣ ਹੈ? ਫਿਰ ਭਗਵੰਤ ਮਾਨ। ਉਸ ਵੇਲੇ ਭਗਵੰਤ ਮਾਨ ਸੀ, ਅੱਜ ਅਮਨ ਅਰੋੜਾ ਹੈ, ਪਰ ਉਸ ਵੇਲੇ ਭਗਵੰਤ ਮਾਨ ਸੀ। ਸੋ ਭਗਵੰਤ ਮਾਨ ਦੀ ਦੋਹਰੀ ਜ਼ਿੰਮੇਵਾਰੀ ਬਣ ਗਈ। ਸਿਕਿਉਰਿਟੀ ਭਗਵੰਤ ਮਾਨ ਦੇ ਆਰਡਰਾਂ ਤੇ ਵਿਡਰਾਅ ਹੋਈ, ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਭਗਵੰਤ ਮਾਨ ਦੇ ਹੁਕਮਾਂ ਨਾਲ ਗਈ। ਸੋ ਫਿਰ ਭਗਵੰਤ ਮਾਨ ਵੀ ਇਸ ਕੇਸ ਦੇ ਵਿੱਚ ਜ਼ਿੰਮੇਵਾਰ ਹੋਊਗਾ। ਇਹ ਦੋਹਰੇ ਮਾਪਦੰਡ ਨਹੀਂ ਚੱਲਣੇ, ਦੋ ਕਾਨੂੰਨ ਨਹੀਂ ਹੋ ਸਕਦੇ, ਕਾਨੂੰਨ ਸਭ ਵਾਸਤੇ ਇੱਕ ਹੋਊਗਾ। ਉਸ ਤੋਂ ਵੀ ਮੈਂ ਅੱਗੇ ਜਾਊਂਗਾ। ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਹੈ, ਸਾਰੀਆਂ ਇਨਵੈਸਟੀਗੇਸ਼ਨਸ ਨੇ ਇਹ ਸਾਬਿਤ ਕਰਤਾ ਕਿ ਉਹਦੀ ਪਲੈਨਿੰਗ ਤਿਹਾੜ ਜੇਲ੍ਹ 'ਚ ਬਹਿ ਕੇ ਹੋਈ ਹੈ। ਤਿਹਾੜ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਸੀ ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਬੰਦੇ ਮੁਹੱਈਆ ਕਰਾਏ, ਅਸਲਾ ਮੁਹੱਈਆ ਕਰਾਇਆ, ਗੱਡੀਆਂ ਮੁਹੱਈਆ ਕਰਾਈਆਂ, ਤੇ ਤਿਹਾੜ ਜੇਲ੍ਹ 'ਚ ਜੇ ਬਹਿ ਕੇ ਸਾਜ਼ਿਸ਼ ਘੜੀ ਗਈ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ, ਮੈਂ ਕਲੀਅਰ ਕਰ ਦਿਆਂ, ਸੈਂਟਰ ਸਰਕਾਰ ਦੇ ਨਹੀਂ, ਦਿੱਲੀ ਸਰਕਾਰ ਦੇ। ਫਿਰ ਇਸ ਤਰਕ ਨਾਲ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ ਇਸ ਕਤਲ ਦਾ, ਕਿਉਂਕਿ ਉਹਦੀ ਸਰਕਾਰ ਦੇ ਥੱਲੇ ਬਹਿ ਕੇ ਇਹਦੀ ਸਾਜ਼ਿਸ਼ ਘੜੀ ਗਈ। ਇੰਟਰਨੈਟ ਜੇਲ੍ਹਾਂ 'ਚ ਕਿਵੇਂ ਗਏ, ਫੋਨ ਕਿਵੇਂ ਗਏ, ਬਾਹਰ ਸੰਪਰਕ ਕਿਵੇਂ ਹੋਇਆ। ਫਿਰ ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰੀ ਕਬੂਲਣ ਸਾਡੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦੀ। ਮੈਂ ਦੁਬਾਰਾ ਕਹਾਂ, ਦੋਹਰੇ ਮਾਪਦੰਡ ਨਹੀਂ ਚੱਲਣੇ। ਤੁਸੀਂ ਬੜਾ ਚਿਰ ਲੰਮਾ ਸਮਾਂ ਹੋ ਗਿਆ ਗੰਦੀ ਸਿਆਸਤ ਕਰਦਿਆਂ ਨੂੰ ਇਸ ਮਸਲੇ। ਅਸੀਂ ਇਸ ਕਰਕੇ ਚੁੱਪ ਸੀ ਵੀ ਲੋਕ ਸੱਚ ਸਮਝਣਗੇ, ਪਰ ਤੁਹਾਡੀ ਗੱਲ ਦਾ ਜਵਾਬ ਦੇਣਾ ਤੁਹਾਡੀ ਭਾਸ਼ਾ 'ਚ ਬੜਾ ਜ਼ਰੂਰੀ ਹੈ। ਸੋ ਫਿਰ ਜ਼ਿੰਮੇਵਾਰੀ ਉਹਨਾਂ ਤੇ ਵੀ ਪਾਈ ਜਾਵੇ। ਫਿਰ ਤੁਸੀਂ ਕਹਿੰਦੇ ਹੋ ਗੋਲੀ ਕਿਹਦੇ ਹੁਕਮਾਂ ਨਾਲ ਚੱਲੀ? ਸੂਬੇ 'ਚ ਗੋਲੀ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਨਹੀਂ ਚੱਲਦੀ। ਪਟਿਆਲੇ ਗੋਲੀ ਕਾਂਡ ਹੋਇਆ, ਤੁਹਾਡੀ ਸਰਕਾਰ 'ਚ ਹੋਇਆ, ਬੰਦਾ ਇੰਜਰਡ ਹੋਇਆ। ਫਿਰ ਭਗਵੰਤ ਮਾਨ ਹੋਮ ਮਿਨਿਸਟਰ ਵੀ ਹੈ, ਮੁੱਖ ਮੰਤਰੀ ਵੀ ਹੈ। ਪਾਓ ਜ਼ਿੰਮੇਵਾਰੀ ਉਹਦੇ ਤੇ, ਰੱਖੋ ਪਰਚੇ 'ਚ ਉਹਨੂੰ ਬਰਾਬਰ। ਇਹ ਤੁਹਾਡੀ ਗੰਦੀ ਸਿਆਸਤ ਹੁਣ ਚੱਲਣ ਨਹੀਂ ਦੇਣੀ। ਤੁਹਾਨੂੰ ਬੜਾ ਹੁਣ ਇਸ ਇਸ਼ੂ ਤੇ ਦੋਗਲੀ ਰਾਜਨੀਤੀ ਨਹੀਂ ਹੋਊਗੀ, ਦੋਹਰੇ ਮਾਪਦੰਡ ਨਹੀਂ ਹੋਣਗੇ। ਫਿਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਉਹਨਾਂ ਨੂੰ ਪਾਓ ਸਿੱਧੂ ਮੂਸੇਵਾਲੇ ਦੇ ਕਤਲ 'ਚ, ਤੇ ਪਟਿਆਲੇ ਵਾਲੇ ਗੋਲੀकांड 'ਚ ਭਗਵੰਤ ਮਾਨ ਨੂੰ ਵੀ ਜ਼ਿੰਮੇਵਾਰ ਪਾਇਆ ਜਾਵੇ। ਫਿਰ ਤੁਸੀਂ ਅੱਗੇ ਗੱਲ ਕੀਤੀ ਕਿ ਅਸੀਂ ਸਿੱਖ ਹਾਂ, ਸਾਡਾ ਗੁਰੂ, ਮੱਥਾ ਟੇਕਦੇ ਹਾਂ, ਕਿਵੇਂ ਹੋ ਗਈ ਇਹ ਬੇਅਦਬੀ, ਸਾਨੂੰ ਦੁੱਖ ਹੈ। ਸਾਰੇ ਸਿੱਖਾਂ ਨੂੰ ਦੁੱਖ ਹੈ। ਧਾਲੀਵਾਲ ਸਾਹਿਬ, ਹੋ ਸਕਦਾ ਤੁਹਾਨੂੰ ਵੀ ਦੁੱਖ ਹੋਊਗਾ, ਮੈਂ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ। ਤੁਸੀਂ ਕਿਹਾ ਮਾਨ ਸਾਹਿਬ ਦੀ ਸਰਕਾਰ ਐ ਨਹੀਂ। ਕਿਹੜੇ ਮਾਨ ਸਾਹਿਬ? ਉਹ ਮਾਨ ਸਾਹਿਬ ਜਿਹੜਾ दारू ਪੀ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰ ਚਲਾ ਗਿਆ ਹੋਵੇ, ਜਿਹਨੂੰ ਗੁਰੂ ਦੀ ਸੰਗਤ ਨੇ ਨਸ਼ੇ ਦੇ ਵਿੱਚ ਧੁੱਤ ਹੋਣ ਕਾਰਨ ਗੁਰੂ ਸਾਹਿਬ ਦੀ ਹਾਜ਼ਰੀ ਤੋਂ ਭਜਾਇਆ ਹੋਵੇ। ਉਹ ਮਾਨ ਸਾਹਿਬ ਇਨਸਾਫ ਦੇਊਗਾ? ਉਸ ਮਾਨ ਸਾਹਿਬ ਦੀ ਗੱਲ ਕਰਦੇ ਹੋ? ਤੇ ਤੁਸੀਂ ਜਿਸ ਗੁਰੂ ਦੀ ਗੱਲ ਕਰਦੇ ਹੋ, ਉਸ ਗੁਰੂ ਦੀ ਬੇਅਦਬੀ, ਜਦੋਂ ਉਸ ਗੁਰੂ ਦੀ ਸਵਾਰੀ ਨੂੰ ਖੜਾ ਕੇ ਤੁਹਾਡੇ ਪੁਲਿਸ ਵਾਲਿਆਂ ਨੇ ਮੈਟਲ ਡਿਟੈਕਟਰ ਲਾ ਕੇ ਤੇ ਚੈਕਿੰਗ ਕਰਕੇ, ਜਦੋਂ ਮੁੱਖ ਮੰਤਰੀ ਦੀ ਸ਼ਾਦੀ ਸੀ ਉਸ ਸਵਾਰੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਕਿ ਉਦੋਂ ਤੁਹਾਡੇ ਦਿਲ 'ਚ ਦਰਦ ਨਹੀਂ ਹੋਇਆ ਕਿ ਸਾਡੇ ਗੁਰੂ ਦੀ ਸਵਾਰੀ ਕਿਵੇਂ ਰੋਕੀ ਗਈ? ਪੰਜਾਬ ਦੇ ਲੋਕ ਸਭ ਸਮਝਦੇ ਆ, ਇਹ ਚਾਲਾਂ ਤੁਹਾਡੀਆਂ ਹੁਣ ਨਹੀਂ ਚੱਲਣ ਦੇਣੀਆਂ। ਫਿਰ ਤੁਸੀਂ ਇੱਕ ਗੱਲ ਬੜੀ ਹੋਰ ਅਹਿਮ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਅਰੈਸਟ ਕਰੋ, ਸਮਨ ਨਾ ਕਰੋ। ਹੁਣ ਅਰੈਸਟ ਕਰੋ, ਬੜਾ ਸਿਆਣਾ ਸਾਡਾ ਐਮਐਲਏ ਆ ਤੁਸੀਂ ਕਿਹਾ, ਤੇ ਉਹ ਕਹਿੰਦਾ ਅਰੈਸਟ ਕਰੋ। ਮੈਂ ਪਹਿਲਾਂ ਤਾਂ ਉਸ ਤੁਹਾਡੇ ਸਿਆਣੇ ਐਮਐਲਏ ਦਾ ਜਿਹੜਾ ਬੈਕਗ੍ਰਾਉਂਡ ਹੈ ਨਾ, ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ,
ਪਰ ਮੈਂ ਫਿਰ ਵੀ 2 ਮਿੰਟਾਂ 'ਚ ਸਾਰੀ ਗੱਲ ਦੁਬਾਰਾ ਰੀਵਾਈਂਡ ਕਰਾ ਦਿਆਂ, ਲੋਕ ਕਈ ਵਾਰੀ ਭੁੱਲ ਜਾਂਦੇ ਆ। ਇਹ ਉਹ ਅਫਸਰ ਹੈ ਜਿਹੜਾ ਹਿੰਦੁਸਤਾਨ ਦੀ ਹਰ ਕਨਸਟੀਟਿਊਸ਼ਨਲ ਬਾਡੀ ਵੱਲੋਂ ਇੰਡਾਈਟ ਕੀਤਾ ਗਿਆ, ਦੋਸ਼ੀ ਪਾਇਆ ਗਿਆ। ਇਹਦਾ ਕੰਡਕਟ ਹਮੇਸ਼ਾ ਸ਼ੱਕ ਦੇ ਘੇਰੇ 'ਚ ਰਿਹਾ, ਕਾਨੂੰਨ ਦੀ ਦਾਇਰੇ 'ਚ ਹਮੇਸ਼ਾ ਇਹਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਮੈਂ ਉਦਾਹਰਨਾਂ 2-3 ਦੇ ਦਿੰਦਾ। ਇੱਕ ਪ੍ਰਾਪਰਟੀ ਦੇ ਡਿਸਪਿਊਟ 'ਚ ਜਿਹਨੂੰ ਸਿਵਲ ਮੈਟਰ ਨੂੰ ਇਹਨੇ ਕ੍ਰਿਮੀਨਲ ਕਰਕੇ ਉਹਨਾਂ ਲੋਕਾਂ ਤੇ ਤਸ਼ੱਦਦ ਕੀਤਾ, ਹਾਈ ਕੋਰਟ 'ਚ ਕੇਸ ਆਇਆ, ਇਹਨੂੰ ਇੰਡਾਈਟ ਕੀਤਾ ਗਿਆ। ਮਾਫੀ ਮੰਗ ਕੇ ਤੇ ਫਾਈਨ ਭਰ ਕੇ ਇਹਦੀ ਜਾਨ ਛੱਡੀ ਸੀ। ਅੱਜ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਸੰਜੇ ਕਿਸ਼ਨ ਕੌਲ, ਉਸ ਵੇਲੇ ਉਹ ਜੱਜ ਸੀ ਇੱਥੇ ਹਾਈ ਕੋਰਟ 'ਚ। ਇਹ ਉਹੀ ਅਫਸਰ ਹੈ ਜਿਹਨੂੰ ਇਲੈਕਸ਼ਨ ਕਮਿਸ਼ਨ ਨੇ ਇੰਡਾਈਟ ਕੀਤਾ ਕਿ ਇਹ ਕਿਸੇ ਰਿਸਪੌਂਸਿਬਲ ਪੋਸਟ ਤੇ ਇਲੈਕਸ਼ਨ 'ਚ ਨਹੀਂ ਹੋਲਡ ਨਹੀਂ ਕਰ ਸਕਦਾ, ਕਿਉਂਕਿ ਇਹਦਾ ਜਿਹੜਾ ਕੰਡਕਟ ਹੈ ਉਹ ਅਬਵ ਬੋਰਡ ਨਹੀਂ ਹੈ, ਉਹ ਸਾਫ਼ ਨਹੀਂ ਹੈ। ਇਹ ਉਹੀ ਅਫਸਰ ਹੈ ਜਿਹਨੂੰ ਆ ਹਾਈ ਕੋਰਟ 'ਚ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂ ਤੇ ਕੀਤੀ ਸੀ, ਉਹਦੇ ਤੇ ਜਿਹੜੀ ਝਾੜ ਪਈ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਕਿਸੇ ਅਫਸਰ ਨੂੰ ਨਹੀਂ ਪਈ ਹੋਣੀ। ਬਿਆਨਬਾਜ਼ੀ ਤੁਹਾਡੇ ਵਾਂਗੂ ਇਹਨੇ ਵੀ ਬੜੀ ਕੀਤੀ ਸੀ ਕਿ ਬਾਦਲਾਂ ਨੇ ਐ ਕੀਤਾ, ਬਾਦਲਾਂ ਨੇ ਇਉਂ ਕੀਤਾ, ਤੇ ਜਦੋਂ ਚਲਾਨ ਪੇਸ਼ ਕੀਤਾ ਹਾਈ ਕੋਰਟ ਨੇ ਲਿਖਿਆ, ਮੈਂ ਇੱਕੋ ਹੀ ਲਾਈਨ ਪੜੂੰਗਾ ਕਿ ਇਹ ਬਿਆਨਬਾਜ਼ੀ ਬੜੀ ਕਰਦਾ ਰਿਹਾ, ਪਰ ਚਾਰਜ ਸ਼ੀਟ ਜਿਹੜੀ ਇਹਨੇ ਫਾਈਲ ਕੀਤੀ ਉਹਨਾਂ ਦੇ ਵਿੱਚ ਕਿਤੇ ਵੀ ਬਾਦਲ ਸਾਹਿਬ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਨਹੀਂ ਇਹ ਪਾ ਸਕਿਆ। ਇਹ ਹਾਈ ਕੋਰਟ ਦੀਆਂ ਫਾਈਂਡਿੰਗਾਂ। ਇਹ ਉਹ ਸਿਆਣਾ ਅਫਸਰ ਤੁਸੀਂ ਇਹਨੂੰ ਕਹਿੰਦੇ ਹੋ? ਐਡਾ ਸਿਆਣਾ ਸੀ, ਬਣਾਉਂਦੇ ਮੰਤਰੀ ਇਹਨੂੰ, ਫਿਰ ਬਣਾਇਆ ਕਿਉਂ ਨਹੀਂ? ਸਿਆਸਤ ਵਾਸਤੇ ਨਾ ਵਰਤੋ ਹਰ ਚੀਜ਼। ਦੂਜੀ ਗੱਲ, ਜਿੱਥੋਂ ਤੱਕ ਇਹ ਕੁੰਵਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਸੀ ਕਿ ਅਰੈਸਟ ਕਰੋ, ਸਮਨ ਨਾ ਕਰੋ, ਮੈਂ ਇਹਨੂੰ ਬਿਹਾਰੀ ਬਾਬੂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੇਰੇ ਕੋਲੇ 3 ਸਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਰਹੀ ਹੈ। 2018 ਚ ਸਿੱਟ ਬਣੀ, 2021 ਚ ਹਾਈ ਕੋਰਟ ਨੇ ਤੈਨੂੰ ਜ਼ਲੀਲ ਕਰਕੇ ਤੇਰੀ ਔਕਾਤ ਤੈਨੂੰ ਦਿਖਾ ਕੇ ਸਿੱਟ ਚੋਂ ਬਾਹਰ ਕੱਢਿਆ ਸੀ, ਸਿੱਟ ਡਿਸਬੈਂਡ ਕੀਤੀ ਸੀ। ਸਾਰੀ ਇਨਵੈਸਟੀਗੇਸ਼ਨ ਤੇਰੀ ਜੋ ਸੀ ਸਾਰੀ ਕੁਆਸ਼ ਕੀਤੀ ਸੀ ਕਿ ਤੂੰ ਸਿਆਸਤ ਕੀਤੀ ਹੈ, ਹਾਈ ਕੋਰਟ ਨੇ ਕਿਹਾ ਸੀ। 3 ਸਾਲ ਤੇਰੇ ਕੋਲੇ ਇਨਵੈਸਟੀਗੇਸ਼ਨ ਰਹੀ ਹੈ ਤੇ ਤੂੰ ਨਾ ਅਰੈਸਟ ਕੀਤਾ। ਅੱਜ ਕਹੀ ਜਾਂਦਾ ਹੈ ਉਦੋਂ ਤੂੰ ਨਾ ਅਰੈਸਟ ਕੀਤਾ ਵੀ, ਫਿਰ ਕੀ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਅਰੈਸਟ ਤਾਂ ਛੱਡੋ, ਤੇਰੇ ਤੋਂ ਤਾਂ ਨਾਮਜ਼ਦ ਨਹੀਂ ਕੀਤਾ ਗਿਆ ਕਿਹਨਾਂ ਨੂੰ, ਕਿਉਂਕਿ ਨਾਮਜ਼ਦ ਕਰਨ ਵਾਸਤੇ ਕੋਰਟ ਦੇ ਵਿੱਚ ਐਵੀਡੈਂਸ ਚਾਹੀਦਾ ਤੇ ਤੇਰੇ ਕੋਲੇ ਕੋਈ ਐਵੀਡੈਂਸ ਨਹੀਂ ਸੀ। ਕੇਵਲ ਤੇ ਕੇਵਲ ਸਿਆਸੀ ਬਿਆਨਬਾਜ਼ੀ ਸੀ ਜਿੰਨੀ ਤੂੰ ਕਰ ਰਿਹਾ ਸੀ। ਅੱਜ ਲੋਕਾਂ ਨੂੰ ਸਲਾਹਾਂ ਦਿੰਨਾ ਹੈ, ਉਹ ਜੇ ਉਹ ਹੈ ਜਿਹੜੀ ਤੇਰੀ ਸੁਣੀ ਜਾਂਦੇ ਆ। ਸਵਾਲ ਹੈ ਮੇਰਾ ਤੈਨੂੰ ਡਾਇਰੈਕਟ ਕਿ 3 ਸਾਲ 2018 ਤੋਂ ਲੈ ਕੇ ਰਣਜੀਤ ਸਿੰਘ ਰਿਪੋਰਟ ਜਿਹੜੀ ਹੈ ਉਹਦੇ ਜੋ ਉਹਨੇ ਉਦੋਂ ਬਾਅਦ ਸਿੱਟ ਬਣੀ ਹੈ 2018 ਚ, 2018 ਤੋਂ ਲੈ ਕੇ 2021 ਤੱਕ ਤੇਰੇ ਕੋਲੇ 3 ਸਾਲ ਇਨਵੈਸਟੀਗੇਸ਼ਨ ਰਹੀ। ਕੀ ਕਰਦਾ ਸੀ ਫਿਰ? ਸੁੱਤਾ ਪਿਆ ਸੀ ਤੂੰ ਕਿ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਸੋ ਮੈਂ ਬੇਨਤੀ ਕਰੂੰਗਾ ਇਹਨਾਂ ਸਾਰੇ ਮੰਤਰੀ ਸਭਾਨਾਂ ਨੂੰ ਵੀ ਤੇ ਸਾਰੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਕਿ ਸਿਆਸਤ ਨਾ ਕਰੋ। 5 ਸਾਲ ਕਾਂਗਰਸ ਨੇ ਕੀਤੀ ਤੇ ਹੁਣ ਤੁਸੀਂ ਵੀ ਉਹੀ ਕੰਮ ਫੜ ਰੱਖਿਆ। ਸੋ ਇਸ ਕਰਕੇ ਮੇਰੀ ਬੇਨਤੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦੱਸਣੀ ਚਾਹੁੰਦਾ ਕਿ ਇੱਕਦਮ ਅਵਾਲਾ ਕਿਉਂ ਆਇਆ ਕੱਲ। ਅਵਾਲਾ ਇਸ ਕਰਕੇ ਆਇਆ ਕਿ 500 ਕਰੋੜ ਰੁਪਇਆ ਛੱਕ ਕੇ ਤੇ ਡਕਾਰ ਮਾਰ ਗਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ। ਜਿਹੜਾ ਐਕਸਾਈਜ਼ ਦਾ ਸਕੈਮ ਤਰੀਕਾਂ ਤੇ ਸਮਾਂ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਉਜਾਗਰ ਕੀਤਾ, ਪਰਸੋਂ ਪ੍ਰੈਸ ਕਾਨਫਰੰਸ ਕੀਤੀ ਤੇ ਕੱਲ ਇਹਨਾਂ ਨੂੰ ਬੇਅਦਬੀ ਦੇ ਇਸ਼ੂ ਤੇ ਸਭ ਕੁਝ ਯਾਦ ਆ ਗਿਆ। ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਆ। 500 ਕਰੋੜ ਦੇ ਸਕੈਮ ਤੋਂ ਤੁਸੀਂ ਬਚ ਨਹੀਂ ਸਕੋਗੇ, ਨਾ ਉਹਦੇ ਤੋਂ ਬਚੋਗੇ, ਨਾ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਿਹੜੀਆਂ ਜਿਹੜੇ ਤੁਹਾਡੇ ਤੋਂ ਤੁਸੀਂ ਗੁਨਾਹ ਕੀਤੇ ਆ, ਨਾ ਉਹਦੇ ਤੋਂ ਬਚੋਗੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਬੜਾ ਸੈਂਸਿਟਿਵ ਸੰਵੇਦਨਸ਼ੀਲ ਮੁੱਦਾ ਆਪਣੇ ਸਭ ਦੇ ਹਿਰਦਿਆਂ ਦੇ ਬੜਾ ਨੇੜੇ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਦੇ ਬੜਾ ਨੇੜੇ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਸ ਮੁੱਦੇ ਤੇ ਲੋਕਾਂ ਨੂੰ ਇਨਸਾਫ ਦਿਓ, ਲੋਕਾਂ ਦੇ ਹਿਰਦੇ ਦੇ ਵਿੱਚ ਠੰਡ ਪਵੇ, ਦੋਸ਼ੀ ਫੜੇ ਜਾਣ ਤੇ ਬਾਮਿਸਾਲ ਉਹਨਾਂ ਨੂੰ ਸਜ਼ਾਵਾਂ ਮਿਲਣ ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਕਾਂਡ ਕਰਨ ਦੀ ਸੋਚ ਵੀ ਨਾ ਸਕੇ ਤੇ ਕੋਈ ਇਹਦੇ ਤੇ ਸਿਆਸਤ ਕਰਨ ਦੀ ਵੀ ਬਾਰੇ ਸੋਚ ਨਾ ਸਕੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਧੰਨਵਾਦ, ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋ। ਇੱਕ ਬੜਾ ਅਹਿਮ ਮੁੱਦਾ
ਪੰਜਾਬ ਦੇ ਨਾਲ ਜੁੜਿਆ, ਸਿੱਖਾਂ ਦੇ ਨਾਲ ਜੁੜਿਆ, ਦੁਨੀਆ ਭਰ ਦੇ ਵਿੱਚ ਵਸੇ ਪੰਜਾਬੀਆਂ, ਨਾਨਕ ਨਾਮ ਲੇਵਾ ਸੰਗਤ ਨਾਲ ਜੁੜਿਆ, ਇਨਸਾਨੀਅਤ ਨਾਲ ਜੁੜਿਆ, ਜਿਹਦੀ ਪੀੜਾ ਆਪਾਂ ਸਾਰੇ ਆਪਦੇ ਪਿੰਡੇ ਤੇ ਹੰਢਾ ਰਹੇ ਹਾਂ। ਮੈਂ ਅੱਜ ਉਸ ਅਹਿਮ ਮੁੱਦੇ ਤੇ ਤੁਹਾਡੇ ਨਾਲ ਲਾਈਵ ਹੋਣ ਜਾ ਰਿਹਾ। ਕੱਲ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ, ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਦੇਖੀ, ਜਿਹਦੇ 'ਚ ਜਿਹੜਾ ਦੁਖਾਂਤ ਅੱਜ ਤੋਂ 7 ਸਾਲ ਪਹਿਲਾਂ ਵਾਪਰਿਆ ਸੀ, ਬੇਅਦਬੀਆਂ ਹੋਈਆਂ, ਉਸ ਤੋਂ ਬਾਅਦ ਸਾਡੇ ਭਰਾ ਸ਼ਹੀਦ ਹੋਏ, ਉਸ ਮਸਲੇ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਵਾਪਰਿਆ, ਸਾਡੀ ਸਰਕਾਰ ਦੌਰਾਨ ਵਾਪਰਿਆ। ਇਹ ਅਸੀਂ ਪਹਿਲਾਂ ਵੀ 100 ਵਾਰ ਕਹਿ ਚੁੱਕੇ ਹਾਂ, ਸਾਰੀ ਜ਼ਿੰਦਗੀ ਇਸ ਗੱਲ ਦਾ ਦੁੱਖ ਰਹੂਗਾ। ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਕਿ 7 ਸਾਲ ਹੀ ਹੋ ਗਏ ਜਿਸ ਦਿਨ ਤੋਂ ਇਹ ਦੁਖਾਂਤ ਵਾਪਰਿਆ। ਇਹਦੇ ਤੇ ਸਿਆਸਤ, ਗੰਦੀ ਰਾਜਨੀਤੀ, ਨੀਵੇਂ ਪੱਧਰ ਦੀ ਰਾਜਨੀਤੀ, ਸਿਆਸੀ ਰੋਟੀਆਂ ਸੇਕਣ ਲਈ ਰਾਜਨੀਤੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਤੇ ਇਹਨਾਂ ਦੇ ਏਜੰਟਾਂ ਵੱਲੋਂ ਉਸ ਦਿਨ ਤੋਂ ਸ਼ੁਰੂ ਹੋਈ। ਕੱਲ ਕਈ ਇਸ਼ੂਜ਼ ਕੁਲਦੀਪ ਧਾਲੀਵਾਲ ਜੀ ਨੇ ਰੇਜ਼ ਕੀਤੇ, ਕਿਉਂਕਿ ਕੋਈ ਗੱਲ ਦਾ ਜੇ ਜਵਾਬ ਨਾ ਦਿੱਤਾ ਜਾਵੇ, ਸਿਆਣੇ ਕਹਿੰਦੇ ਜੇ ਝੂਠ ਵੀ ਕੋਈ 100 ਵਾਰੀ ਬੋਲਦੇ ਤਾਂ ਲੋਕ ਉਹਨੂੰ ਸੱਚ ਸਮਝਣ ਲੱਗ ਜਾਂਦੇ ਆ। ਮੈਂ ਅੱਜ ਉਸ ਕਰਕੇ ਉਹਨਾਂ ਗੱਲਾਂ ਦਾ ਜਵਾਬ ਦੇਣ ਲੱਗਿਆ। ਪਹਿਲੀ ਗੱਲ ਜਿਹੜੀ ਕੁਲਦੀਪ ਧਾਲੀਵਾਲ ਮੰਤਰੀ ਸਾਹਿਬ ਨੇ ਰੇਜ਼ ਕੀਤੀ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਸੀ, ਤੇ 2.5 ਸਾਲ ਦਾ ਇਹਨਾਂ ਕੋਲੇ ਸਮਾਂ ਸੀ ਤੇ ਇਹਨਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਪਹਿਲੀ ਗੱਲ ਤਾਂ ਮੈਂ ਧਾਲੀਵਾਲ ਸਾਹਿਬ ਜਾਂ ਤਾਂ ਇਗਨੋਰੈਂਟ ਹੈ ਜਾਂ ਅਣਜਾਣ ਹੈ ਜਾਂ ਜਾਣ ਕੇ ਗੁੰਮਰਾਹ ਕਰ ਰਹੇ ਹੈ। 2.5 ਸਾਲ ਨਹੀਂ ਸੀ, ਇਹ ਅਕਤੂਬਰ 2015 ਦੀਆਂ ਦੁਖਦਾਈ ਘਟਨਾਵਾਂ ਹੈ ਤੇ ਜਨਵਰੀ ਦੇ ਵਿੱਚ ਇਲੈਕਸ਼ਨ ਆ ਗਈ ਸੀ। 1 ਸਾਲ 3 ਮਹੀਨੇ ਦਾ ਸਮਾਂ ਸੀ, ਪਰ ਚਲੋ ਉਹ ਵੀ ਸਮਾਂ ਬਹੁਤ ਸੀ। ਸਮਾਂ ਸਾਨੂੰ ਓਨਾ ਵੀ ਮਿਲ ਜਾਂਦਾ ਤਾਂ ਅੱਜ ਦੋਸ਼ੀ ਫੜ ਕੇ ਸਜ਼ਾਵਾਂ ਦਵਾਈਆਂ ਹੋਣੀਆਂ ਸੀ। ਤੁਹਾਡੇ ਸਾਹਮਣੇ ਉਦਾਹਰਨ ਹੈ ਗੁਰੂਸਰ ਤੇ ਮਲਕੇ। ਬਰਗਾੜੀ ਵਾਲੀਆਂ ਦੁਖਦਾਈ ਘਟਨਾਵਾਂ ਅਕਤੂਬਰ 'ਚ ਹੁੰਦੀਆਂ, ਗੁਰੂਸਰ ਤੇ ਮਲਕੇ ਨਵੰਬਰ 'ਚ ਹੁੰਦੀਆਂ, ਉਦੋਂ ਬਾਅਦ ਹੁੰਦੀਆਂ, ਪਰ ਉਹਦੇ 'ਚ ਇਹਨਾਂ ਦਾ ਧਿਆਨ ਨਹੀਂ ਸੀ ਕਿਉਂਕਿ ਸਿਆਸਤ ਵੱਲ ਧਿਆਨ ਚਲਾ ਗਿਆ। ਉਹ ਇਨਵੈਸਟੀਗੇਸ਼ਨ ਉਸ ਵੇਲੇ ਪੰਜਾਬ ਕੋਲ ਰਹਿ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ, ਉਹਨਾਂ ਨੇ ਸਿੱਟ ਬਣਾਈ, ਉਸ ਸਿੱਟ ਨੇ ਇਨਵੈਸਟੀਗੇਸ਼ਨ ਕੀਤੀ, ਐਵੀਡੈਂਸ ਕਲੈਕਟ ਕੀਤਾ, ਚਲਾਨ ਪੇਸ਼ ਕੀਤੇ ਤੇ ਪਿਛਲੇ ਮਹੀਨੇ ਸਜ਼ਾਵਾਂ ਵੀ ਹੋ ਗਈਆਂ ਕੋਰਟ ਦੇ ਵਿੱਚ, ਜਿਹਦੀ ਵਾਹ ਖੱਟਣ ਦੀ ਕੋਸ਼ਿਸ਼ ਇਸ ਸਰਕਾਰ ਨੇ ਵੀ ਕੀਤੀ। ਸੋ ਜੇ ਉਹਨਾਂ ਨੂੰ ਸਜ਼ਾਵਾਂ ਹੋ ਸਕਦੀਆਂ, ਸਜ਼ਾਵਾਂ ਇਸ ਕੇਸ 'ਚ ਵੀ ਹੋ ਜਾਣੀਆਂ ਸੀ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇਹਨਾਂ ਦੇ ਏਜੰਟ ਗੰਦੀ ਰਾਜਨੀਤੀ ਨਾ ਕਰਦੇ। ਇਹਦੇ 'ਚ ਗੁਰੂ ਸਾਹਿਬ ਦੀ ਬੇਅਦਬੀ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਜੇ ਨਾ ਕਰਦੇ, ਧਾਲੀਵਾਲ ਸਾਹਿਬ, ਤੁਹਾਡੀ ਸਰਕਾਰ, ਤੁਹਾਡੀ ਪਾਰਟੀ, ਕਾਂਗਰਸ ਪਾਰਟੀ, ਤੁਹਾਡੇ ਅਖੌਤੀ ਏਜੰਟ ਜਿਹੜੇ ਆ ਸਾਰੇ ਉਸ ਵੇਲੇ ਗਵਰਨਰ ਕੋਲੇ ਤੇ ਰਾਸ਼ਟਰਪਤੀ ਕੋਲੇ ਗਏ ਸੀ ਕਿ ਪੰਜਾਬ ਪੁਲਿਸ ਤੋਂ ਇਨਵੈਸਟੀਗੇਸ਼ਨ ਲੈ ਕੇ ਸੀਬੀਆਈ ਨੂੰ ਦਿਓ। ਸਾਡੇ ਤੋਂ ਤਾਂ 15 ਦਿਨਾਂ 'ਚ ਇਨਵੈਸਟੀਗੇਸ਼ਨ ਚਲੀ ਗਈ ਸੀ, ਤਾਂ ਸਾਡੇ ਤੇ 1.25 ਸਾਲ ਜਾਂ 2.5 ਸਾਲ ਦੀ ਤੁਸੀਂ ਗੱਲ ਨਹੀਂ ਕਰ ਸਕਦੇ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ ਹੋਮ ਮਿਨਿਸਟਰ ਇਹਦੇ ਜ਼ਿੰਮੇਵਾਰ ਨੇ ਇਸ ਗੋਲੀ ਕਾਂਡ ਦੇ। ਵੇਖੋ, ਹੁਣ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਫਾਈਨਲ ਰਿਪੋਰਟ ਪੇਸ਼ ਹੋ ਗਈ, ਸਾਰੇ ਚਲਾਨ ਪੇਸ਼ ਹੋ ਗਏ, ਟ੍ਰਾਇਲ ਚੱਲ ਪਿਆ। ਅੱਜ ਤੱਕ ਤਾਂ ਸਿਆਸਤ, ਗੰਦੀ ਰਾਜਨੀਤੀ ਇਸ ਗੱਲ ਤੇ ਕੀਤੀ ਕਿ ਬੇਅਦਬੀ ਵਾਸਤੇ ਜ਼ਿੰਮੇਵਾਰ ਹੈ, ਉਹਦੇ 'ਚ ਕਿਤੇ ਨਾਂ ਨਹੀਂ ਆਇਆ ਤੇ ਮੁੱਖ ਮੰਤਰੀ ਨੇ ਆਪ ਫਾਈਨਲ ਰਿਪੋਰਟ ਉਹਦੀ ਪੇਸ਼ ਕੀਤੀ ਹੈ। ਉਹਨੂੰ ਛੱਡ ਕੇ ਹੁਣ ਗੋਲੀ ਕਾਂਡ ਤੇ ਆਏ ਹੈ, ਜਿਹਦੇ 'ਚ ਕੋਟਕਪੂਰੇ 'ਚ ਇੱਕ ਸਾਡੇ ਭਰਾ ਜ਼ਖਮੀ ਹੋਇਆ ਗੋਲੀ ਵੱਜਣ ਨਾਲ। ਕਹਿੰਦੇ ਜੀ ਇਸ ਕਰਕੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਕਿਉਂਕਿ ਉਹ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਸੀ ਤੇ ਸਟੇਟ ਵਿੱਚ ਕੁਝ ਵੀ ਹੋਵੇ, ਸਟੇਟ ਦਾ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਜ਼ਿੰਮੇਵਾਰ ਹੁੰਦਾ ਹੈ ਕਿਉਂਕਿ ਸਰਕਾਰ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਹੈ। ਇਹ ਤਰਕ ਦਿੱਤਾ ਕੱਲ ਧਾਲੀਵਾਲ ਸਾਹਿਬ ਨੇ। ਫਿਰ ਧਾਲੀਵਾਲ ਸਾਹਿਬ, ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ, ਫਿਰ ਇਹ ਤਰਕ ਜਿਹੜਾ ਹੈ ਇਹ ਸਭ ਤੇ ਲਾਗੂ ਹੁੰਦਾ ਤੇ ਸਭ ਤੇ ਲਾਗੂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਗਿਆ,
ਬੜੀ ਦਰਦਨਾਕ ਮੌਤ ਹੋਈ, ਪੰਜਾਬ ਦੇ ਸੂਬੇ 'ਚ ਹੋਈ, ਪੰਜਾਬ ਦੀ ਧਰਤੀ ਤੇ ਹੋਈ, ਫਿਰ ਇਹੀ ਤਰਕ ਲਾਗੂ ਕਰਕੇ ਭਗਵੰਤ ਮਾਨ ਉਸ ਸਰਕਾਰ ਦਾ ਮੁੱਖ ਮੰਤਰੀ ਵੀ ਹੈ ਤੇ ਹੋਮ ਮਿਨਿਸਟਰ ਵੀ ਹੈ। ਫਿਰ ਭਗਵੰਤ ਮਾਨ ਜ਼ਿੰਮੇਵਾਰ ਹੋਣਾ ਚਾਹੀਦਾ ਉਸ ਘਟਨਾ ਦਾ, ਜ਼ਿੰਮੇਵਾਰੀ ਉਹਦੇ ਤੇ ਵੀ ਪਾਓ। ਨਾਲੇ ਇਹ ਤਾਂ ਉਦੋਂ ਵੀ ਇੱਕ ਸਟੈਪ ਅੱਗੇ ਚਲੇ ਜਾਂਦਾ ਹੈ, ਕਿਉਂਕਿ ਉਹਦੀ ਭਰਾ ਦੀ ਸਾਡੇ ਦੀ ਸਿਕਿਉਰਿਟੀ ਵਿਡਰਾਅ ਹੋਈ ਤੇ ਮੁੜ ਕੇ ਮੀਡੀਆ ਨੂੰ ਸਾਰੀ ਇਨਫੋਰਮੇਸ਼ਨ ਲੀਕ ਕੀਤੀ ਗਈ। ਹੁਣ ਸਿਕਿਉਰਿਟੀ ਵਿਡਰਾਅ ਕਰਦਾ ਹੈ ਹੋਮ ਮਿਨਿਸਟਰ। ਹੋਮ ਮਿਨਿਸਟਰ ਕੌਣ ਹੈ? ਭਗਵੰਤ ਮਾਨ। ਮੀਡੀਆ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਉਹ ਜਾਂਦੀ ਹੈ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਰਾਹੀਂ, ਤੇ ਪਬਲਿਕ ਰਿਲੇਸ਼ਨਸ ਦਾ ਮੰਤਰੀ ਕੌਣ ਹੈ? ਫਿਰ ਭਗਵੰਤ ਮਾਨ। ਉਸ ਵੇਲੇ ਭਗਵੰਤ ਮਾਨ ਸੀ, ਅੱਜ ਅਮਨ ਅਰੋੜਾ ਹੈ, ਪਰ ਉਸ ਵੇਲੇ ਭਗਵੰਤ ਮਾਨ ਸੀ। ਸੋ ਭਗਵੰਤ ਮਾਨ ਦੀ ਦੋਹਰੀ ਜ਼ਿੰਮੇਵਾਰੀ ਬਣ ਗਈ। ਸਿਕਿਉਰਿਟੀ ਭਗਵੰਤ ਮਾਨ ਦੇ ਆਰਡਰਾਂ ਤੇ ਵਿਡਰਾਅ ਹੋਈ, ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਭਗਵੰਤ ਮਾਨ ਦੇ ਹੁਕਮਾਂ ਨਾਲ ਗਈ। ਸੋ ਫਿਰ ਭਗਵੰਤ ਮਾਨ ਵੀ ਇਸ ਕੇਸ ਦੇ ਵਿੱਚ ਜ਼ਿੰਮੇਵਾਰ ਹੋਊਗਾ। ਇਹ ਦੋਹਰੇ ਮਾਪਦੰਡ ਨਹੀਂ ਚੱਲਣੇ, ਦੋ ਕਾਨੂੰਨ ਨਹੀਂ ਹੋ ਸਕਦੇ, ਕਾਨੂੰਨ ਸਭ ਵਾਸਤੇ ਇੱਕ ਹੋਊਗਾ। ਉਸ ਤੋਂ ਵੀ ਮੈਂ ਅੱਗੇ ਜਾਊਂਗਾ। ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਹੈ, ਸਾਰੀਆਂ ਇਨਵੈਸਟੀਗੇਸ਼ਨਸ ਨੇ ਇਹ ਸਾਬਿਤ ਕਰਤਾ ਕਿ ਉਹਦੀ ਪਲੈਨਿੰਗ ਤਿਹਾੜ ਜੇਲ੍ਹ 'ਚ ਬਹਿ ਕੇ ਹੋਈ ਹੈ। ਤਿਹਾੜ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਸੀ, ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਬੰਦੇ ਮੁਹੱਈਆ ਕਰਾਏ, ਅਸਲਾ ਮੁਹੱਈਆ ਕਰਾਇਆ, ਗੱਡੀਆਂ ਮੁਹੱਈਆ ਕਰਾਈਆਂ, ਤੇ ਤਿਹਾੜ ਜੇਲ੍ਹ 'ਚ ਜੇ ਬਹਿ ਕੇ ਸਾਜ਼ਿਸ਼ ਘੜੀ ਗਈ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ। ਮੈਂ ਕਲੀਅਰ ਕਰ ਦਿਆਂ, ਸੈਂਟਰ ਸਰਕਾਰ ਦੇ ਨਹੀਂ, ਦਿੱਲੀ ਸਰਕਾਰ ਦੇ। ਫਿਰ ਇਸ ਤਰਕ ਨਾਲ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ ਇਸ ਕਤਲ ਦਾ, ਕਿਉਂਕਿ ਉਹਦੀ ਸਰਕਾਰ ਦੇ ਥੱਲੇ ਬਹਿ ਕੇ ਇਹਦੀ ਸਾਜ਼ਿਸ਼ ਘੜੀ ਗਈ। ਇੰਟਰਨੈਟ ਜੇਲ੍ਹਾਂ 'ਚ ਕਿਵੇਂ ਗਏ, ਫੋਨ ਕਿਵੇਂ ਗਏ, ਬਾਹਰ ਸੰਪਰਕ ਕਿਵੇਂ ਹੋਇਆ। ਫਿਰ ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜ਼ਿੰਮੇਵਾਰੀ ਕਬੂਲਣ ਸਾਡੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦੀ। ਮੈਂ ਦੁਬਾਰਾ ਕਹਾਂ, ਦੋਹਰੇ ਮਾਪਦੰਡ ਨਹੀਂ ਚੱਲਣੇ। ਤੁਸੀਂ ਬੜਾ ਚਿਰ ਲੰਮਾ ਸਮਾਂ ਹੋ ਗਿਆ ਗੰਦੀ ਸਿਆਸਤ ਕਰਦਿਆਂ ਨੂੰ ਇਸ ਮਸਲੇ। ਅਸੀਂ ਇਸ ਕਰਕੇ ਚੁੱਪ ਸੀ ਵੀ ਲੋਕ ਸੱਚ ਸਮਝਣਗੇ, ਪਰ ਤੁਹਾਡੀ ਗੱਲ ਦਾ ਜਵਾਬ ਦੇਣਾ ਤੁਹਾਡੀ ਭਾਸ਼ਾ 'ਚ ਬੜਾ ਜ਼ਰੂਰੀ ਹੈ। ਸੋ ਫਿਰ ਜ਼ਿੰਮੇਵਾਰੀ ਉਹਨਾਂ ਤੇ ਵੀ ਪਾਈ ਜਾਵੇ। ਫਿਰ ਤੁਸੀਂ ਕਹਿੰਦੇ ਹੋ ਗੋਲੀ ਕਿਹਦੇ ਹੁਕਮਾਂ ਨਾਲ ਚੱਲੀ? ਸੂਬੇ 'ਚ ਗੋਲੀ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਨਹੀਂ ਚੱਲਦੀ। ਪਟਿਆਲੇ ਗੋਲੀ ਕਾਂਡ ਹੋਇਆ, ਤੁਹਾਡੀ ਸਰਕਾਰ 'ਚ ਹੋਇਆ, ਬੰਦਾ ਇੰਜਰਡ ਹੋਇਆ। ਫਿਰ ਭਗਵੰਤ ਮਾਨ ਹੋਮ ਮਿਨਿਸਟਰ ਵੀ ਹੈ, ਮੁੱਖ ਮੰਤਰੀ ਵੀ ਹੈ। ਪਾਓ ਜ਼ਿੰਮੇਵਾਰੀ ਉਹਦੇ ਤੇ, ਰੱਖੋ ਪਰਚੇ 'ਚ ਉਹਨੂੰ ਬਰਾਬਰ। ਇਹ ਤੁਹਾਡੀ ਗੰਦੀ ਸਿਆਸਤ ਹੁਣ ਚੱਲਣ ਨਹੀਂ ਦੇਣੀ। ਤੁਹਾਨੂੰ ਬੜਾ ਹੁਣ ਇਸ ਇਸ਼ੂ ਤੇ ਦੋਗਲੀ ਰਾਜਨੀਤੀ ਨਹੀਂ ਹੋਊਗੀ, ਹੁਣ ਦੋਹਰੇ ਮਾਪਦੰਡ ਨਹੀਂ ਹੋਣਗੇ। ਫਿਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਉਹਨਾਂ ਨੂੰ ਪਾਓ ਸਿੱਧੂ ਮੂਸੇਵਾਲੇ ਦੇ ਕਤਲ 'ਚ, ਤੇ ਪਟਿਆਲੇ ਵਾਲੇ ਗੋਲੀकांड 'ਚ ਭਗਵੰਤ ਮਾਨ ਨੂੰ ਵੀ ਜ਼ਿੰਮੇਵਾਰ ਪਾਇਆ ਜਾਵੇ। ਫਿਰ ਤੁਸੀਂ ਅੱਗੇ ਗੱਲ ਕੀਤੀ ਕਿ ਅਸੀਂ ਸਿੱਖ ਹਾਂ, ਸਾਡਾ ਗੁਰੂ, ਮੱਥਾ ਟੇਕਦੇ ਹਾਂ, ਕਿਵੇਂ ਹੋ ਗਈ ਇਹ ਬੇਅਦਬੀ, ਸਾਨੂੰ ਦੁੱਖ ਹੈ। ਸਾਰੇ ਸਿੱਖਾਂ ਨੂੰ ਦੁੱਖ ਹੈ। ਧਾਲੀਵਾਲ ਸਾਹਿਬ, ਹੋ ਸਕਦਾ ਤੁਹਾਨੂੰ ਵੀ ਦੁੱਖ ਹੋਊਗਾ, ਮੈਂ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ। ਤੁਸੀਂ ਕਿਹਾ ਮਾਨ ਸਾਹਿਬ ਦੀ ਸਰਕਾਰ ਐ ਨਹੀਂ। ਕਿਹੜੇ ਮਾਨ ਸਾਹਿਬ? ਉਹ ਮਾਨ ਸਾਹਿਬ ਜਿਹੜਾ दारू ਪੀ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰ ਚਲਾ ਗਿਆ ਹੋਵੇ, ਜਿਹਨੂੰ ਗੁਰੂ ਦੀ ਸੰਗਤ ਨੇ ਨਸ਼ੇ ਦੇ ਵਿੱਚ ਧੁੱਤ ਹੋਣ ਕਾਰਨ ਗੁਰੂ ਸਾਹਿਬ ਦੀ ਹਾਜ਼ਰੀ 'ਚੋਂ ਭਜਾਇਆ ਹੋਵੇ। ਉਹ ਮਾਨ ਸਾਹਿਬ ਇਨਸਾਫ ਦੇਊਗਾ? ਉਸ ਮਾਨ ਸਾਹਿਬ ਦੀ ਗੱਲ ਕਰਦੇ ਹੋ? ਤੇ ਤੁਸੀਂ ਜਿਸ ਗੁਰੂ ਦੀ ਗੱਲ ਕਰਦੇ ਹੋ, ਉਸ ਗੁਰੂ ਦੀ ਬੇਅਦਬੀ, ਜਦੋਂ ਉਸ ਗੁਰੂ ਦੀ ਸਵਾਰੀ ਨੂੰ ਖੜਾ ਕੇ ਤੁਹਾਡੇ ਪੁਲਿਸ ਵਾਲਿਆਂ ਨੇ ਮੈਟਲ ਡਿਟੈਕਟਰ ਲਾ ਕੇ ਤੇ ਚੈਕਿੰਗ ਕਰਕੇ, ਜਦੋਂ ਮੁੱਖ ਮੰਤਰੀ ਦੀ ਸ਼ਾਦੀ ਸੀ ਉਸ ਸਵਾਰੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਕਿ ਉਦੋਂ ਤੁਹਾਡੇ ਦਿਲ 'ਚ ਦਰਦ ਨਹੀਂ ਹੋਇਆ ਕਿ ਸਾਡੇ ਗੁਰੂ ਦੀ ਸਵਾਰੀ ਕਿਵੇਂ ਰੋਕੀ ਗਈ? ਪੰਜਾਬ ਦੇ ਲੋਕ ਸਭ ਸਮਝਦੇ ਆ, ਇਹ ਚਾਲਾਂ ਤੁਹਾਡੀਆਂ ਹੁਣ ਨਹੀਂ ਚੱਲਣ ਦੇਣੀਆਂ। ਫਿਰ ਤੁਸੀਂ ਇੱਕ ਗੱਲ ਬੜੀ ਹੋਰ ਅਹਿਮ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਅਰੈਸਟ ਕਰੋ, ਸਮਨ ਨਾ ਕਰੋ। ਹੁਣ ਅਰੈਸਟ ਕਰੋ, ਬੜਾ ਸਿਆਣਾ ਸਾਡਾ ਐਮਐਲਏ ਹੈ ਤੁਸੀਂ ਕਿਹਾ, ਤੇ ਉਹ ਕਹਿੰਦਾ ਅਰੈਸਟ ਕਰੋ। ਮੈਂ ਪਹਿਲਾਂ ਤਾਂ ਉਸ ਤੁਹਾਡੇ ਸਿਆਣੇ ਐਮਐਲਏ ਦਾ ਜਿਹੜਾ ਬੈਕਗ੍ਰਾਉਂਡ ਹੈ ਨਾ, ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ, ਪਰ ਮੈਂ ਫਿਰ ਵੀ 2 ਮਿੰਟਾਂ 'ਚ ਸਾਰੀ ਗੱਲ ਦੁਬਾਰਾ ਰੀਵਾਈਂਡ ਕਰਾ ਦਿਆਂ, ਲੋਕ ਕਈ ਵਾਰੀ ਭੁੱਲ ਜਾਂਦੇ ਆ। ਇਹ ਉਹ ਅਫਸਰ ਹੈ
ਜਿਹੜਾ ਹਿੰਦੁਸਤਾਨ ਦੀ ਹਰ ਕਨਸਟੀਟਿਊਸ਼ਨਲ ਬਾਡੀ ਵੱਲੋਂ ਇੰਡਾਈਟ ਕੀਤਾ ਗਿਆ, ਦੋਸ਼ੀ ਪਾਇਆ ਗਿਆ, ਇਹਦਾ ਕੰਡਕਟ ਹਮੇਸ਼ਾ ਸ਼ੱਕ ਦੇ ਘੇਰੇ 'ਚ ਰਿਹਾ, ਕਾਨੂੰਨ ਦੀ ਦਾਇਰੇ 'ਚ ਹਮੇਸ਼ਾ ਇਹਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਮੈਂ ਉਦਾਹਰਨਾਂ 2-3 ਦੇ ਦਿੰਦਾ। ਇੱਕ ਪ੍ਰਾਪਰਟੀ ਦੇ ਡਿਸਪਿਊਟ 'ਚ ਜਿਹਨੂੰ ਸਿਵਲ ਮੈਟਰ ਨੂੰ ਇਹਨੇ ਕ੍ਰਿਮੀਨਲ ਕਰਕੇ ਉਹਨਾਂ ਲੋਕਾਂ ਤੇ ਤਸ਼ੱਦਦ ਕੀਤਾ, ਹਾਈ ਕੋਰਟ 'ਚ ਕੇਸ ਆਇਆ, ਇਹਨੂੰ ਇੰਡਾਈਟ ਕੀਤਾ ਗਿਆ, ਮਾਫੀ ਮੰਗ ਕੇ ਤੇ ਫਾਈਨ ਭਰ ਕੇ ਇਹਦੀ ਜਾਨ ਛੱਡੀ ਸੀ। ਅੱਜ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਸੰਜੇ ਕਿਸ਼ਨ ਕੌਲ, ਉਸ ਵੇਲੇ ਉਹ ਜੱਜ ਸੀ ਇੱਥੇ ਹਾਈ ਕੋਰਟ 'ਚ। ਇਹ ਉਹੀ ਅਫਸਰ ਹੈ ਜਿਹਨੂੰ ਇਲੈਕਸ਼ਨ ਕਮਿਸ਼ਨ ਨੇ ਇੰਡਾਈਟ ਕੀਤਾ ਕਿ ਇਹ ਕਿਸੇ ਰਿਸਪੌਂਸਿਬਲ ਪੋਸਟ ਤੇ ਇਲੈਕਸ਼ਨ 'ਚ ਨਹੀਂ ਹੋਲਡ ਨਹੀਂ ਕਰ ਸਕਦਾ, ਕਿਉਂਕਿ ਇਹਦਾ ਜਿਹੜਾ ਕੰਡਕਟ ਹੈ ਉਹ ਅਬਵ ਬੋਰਡ ਨਹੀਂ ਹੈ, ਉਹ ਸਾਫ਼ ਨਹੀਂ ਹੈ। ਇਹ ਉਹੀ ਅਫਸਰ ਹੈ ਜਿਹਨੂੰ ਆ ਹਾਈ ਕੋਰਟ 'ਚ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂ ਤੇ ਕੀਤੀ ਸੀ, ਉਹਦੇ ਤੇ ਜਿਹੜੀ ਝਾੜ ਪਈ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਕਿਸੇ ਅਫਸਰ ਨੂੰ ਨਹੀਂ ਪਈ ਹੋਣੀ। ਬਿਆਨਬਾਜ਼ੀ ਤੁਹਾਡੇ ਮੂੰਹ ਇਹਨੇ ਵੀ ਬੜੀ ਕੀਤੀ ਸੀ ਕਿ ਬਾਦਲਾਂ ਨੇ ਐ ਕੀਤਾ, ਬਾਦਲਾਂ ਨੇ ਇਉਂ ਕੀਤਾ, ਤੇ ਜਦੋਂ ਚਲਾਨ ਪੇਸ਼ ਕੀਤਾ ਹਾਈ ਕੋਰਟ ਨੇ ਲਿਖਿਆ, ਮੈਂ ਇੱਕੋ ਹੀ ਲਾਈਨ ਪੜੂੰਗਾ, ਕਿ ਇਹ ਬਿਆਨਬਾਜ਼ੀ ਬੜੀ ਕਰਦਾ ਰਿਹਾ, ਪਰ ਚਾਰਜ ਸ਼ੀਟ ਜਿਹੜੀ ਇਹਨੇ ਫਾਈਲ ਕੀਤੀ ਉਹਨਾਂ ਦੇ ਵਿੱਚ ਕਿਤੇ ਵੀ ਬਾਦਲ ਸਾਹਿਬ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਨਹੀਂ ਇਹ ਪਾ ਸਕਿਆ। ਇਹ ਹਾਈ ਕੋਰਟ ਦੀਆਂ ਫਾਈਂਡਿੰਗਾਂ। ਇਹ ਉਹ ਸਿਆਣਾ ਅਫਸਰ ਤੁਸੀਂ ਇਹਨੂੰ ਕਹਿੰਦੇ ਹੋ? ਐਡਾ ਸਿਆਣਾ ਸੀ, ਬਣਾਉਂਦੇ ਮੰਤਰੀ ਇਹਨੂੰ, ਫਿਰ ਬਣਾਇਆ ਕਿਉਂ ਨਹੀਂ? ਸਿਆਸਤ ਵਾਸਤੇ ਨਾ ਵਰਤੋ ਹਰ ਚੀਜ਼। ਦੂਜੀ ਗੱਲ, ਜਿੱਥੋਂ ਤੱਕ ਇਹ ਕੁੰਵਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਸੀ ਕਿ ਅਰੈਸਟ ਕਰੋ, ਸਮਨ ਨਾ ਕਰੋ, ਮੈਂ ਇਹਨੂੰ ਬਿਹਾਰੀ ਬਾਬੂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੇਰੇ ਕੋਲੇ 3 ਸਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਰਹੀ ਹੈ। 2018 ਚ ਸਿੱਟ ਬਣੀ, 2021 ਚ ਹਾਈ ਕੋਰਟ ਨੇ ਤੈਨੂੰ ਜ਼ਲੀਲ ਕਰਕੇ, ਤੇਰੀ ਔਕਾਤ ਤੈਨੂੰ ਦਿਖਾ ਕੇ ਸਿੱਟ ਚੋਂ ਬਾਹਰ ਕੱਢਿਆ ਸੀ, ਸਿੱਟ ਡਿਸਬੈਂਡ ਕੀਤੀ ਸੀ, ਸਾਰੀ ਇਨਵੈਸਟੀਗੇਸ਼ਨ ਤੇਰੀ ਜੋ ਸੀ ਸਾਰੀ ਕੁਆਸ਼ ਕੀਤੀ ਸੀ ਕਿ ਤੂੰ ਸਿਆਸਤ ਕੀਤੀ ਹੈ, ਹਾਈ ਕੋਰਟ ਨੇ ਕਿਹਾ ਸੀ। 3 ਸਾਲ ਤੇਰੇ ਕੋਲੇ ਇਨਵੈਸਟੀਗੇਸ਼ਨ ਰਹੀ ਹੈ ਤੇ ਤੂੰ ਨਾ ਅਰੈਸਟ ਕੀਤਾ। ਅੱਜ ਕਹੀ ਜਾਂਦਾ ਉਦੋਂ ਤੂੰ ਨਾ ਅਰੈਸਟ ਕੀਤਾ ਵੀ, ਫਿਰ ਕੀ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਅਰੈਸਟ ਤਾਂ ਛੱਡੋ, ਤੇਰੇ ਤੋਂ ਤਾਂ ਨਾਮਜ਼ਦ ਨਹੀਂ ਕੀਤਾ ਗਿਆ ਕਿਹਨਾਂ ਨੂੰ, ਕਿਉਂਕਿ ਨਾਮਜ਼ਦ ਕਰਨ ਵਾਸਤੇ ਕੋਰਟ ਦੇ ਵਿੱਚ ਐਵੀਡੈਂਸ ਚਾਹੀਦਾ ਤੇ ਤੇਰੇ ਕੋਲੇ ਕੋਈ ਐਵੀਡੈਂਸ ਨਹੀਂ ਸੀ, ਕੇਵਲ ਤੇ ਕੇਵਲ ਸਿਆਸੀ ਬਿਆਨਬਾਜ਼ੀ ਸੀ ਜਿੰਨੀ ਤੂੰ ਕਰ ਰਿਹਾ ਸੀ। ਅੱਜ ਲੋਕਾਂ ਨੂੰ ਸਲਾਹਾਂ ਦਿੰਨਾ ਹੈ, ਉਹ ਹੈ ਜਿਹੜੀ ਤੇਰੀ ਸੁਣੀ ਜਾਂਦੇ ਆ। ਸਵਾਲ ਹੈ ਮੇਰਾ ਤੈਨੂੰ ਡਾਇਰੈਕਟ ਕਿ 3 ਸਾਲ 2018 ਤੋਂ ਲੈ ਕੇ ਰਣਜੀਤ ਸਿੰਘ ਰਿਪੋਰਟ ਜਿਹੜੀ ਹੈ ਉਹਨੇ ਉਦੋਂ ਬਾਅਦ ਸਿੱਟ ਬਣੀ ਹੈ 2018 ਚ, 2018 ਤੋਂ ਲੈ ਕੇ 2021 ਤੱਕ ਤੇਰੇ ਕੋਲੇ 3 ਸਾਲ ਇਨਵੈਸਟੀਗੇਸ਼ਨ ਰਹੀ। ਕੀ ਕਰਦਾ ਸੀ ਫਿਰ? ਸੁੱਤਾ ਪਿਆ ਸੀ ਤੂੰ ਕਿ ਲੱਤਾਂ ਤੇਰੀਆਂ ਭਾਰ ਨਹੀਂ ਚੱਲੀਆਂ? ਸੋ ਮੈਂ ਬੇਨਤੀ ਕਰੂੰਗਾ ਇਹਨਾਂ ਸਾਰੇ ਮੰਤਰੀ ਸਭਾਨਾਂ ਨੂੰ ਵੀ ਤੇ ਸਾਰੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਕਿ ਸਿਆਸਤ ਨਾ ਕਰੋ। 5 ਸਾਲ ਕਾਂਗਰਸ ਨੇ ਕੀਤੀ ਤੇ ਹੁਣ ਤੁਸੀਂ ਵੀ ਉਹੀ ਕੰਮ ਫੜ ਰੱਖੇ। ਸੋ ਇਸ ਕਰਕੇ ਮੇਰੀ ਬੇਨਤੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦੱਸਣੀ ਚਾਹੁੰਦਾ ਕਿ ਇੱਕਦਮ ਅਵਾਲਾ ਕਿਉਂ ਆਇਆ ਕੱਲ। ਅਵਾਲਾ ਇਸ ਕਰਕੇ ਆਇਆ ਕਿ 500 ਕਰੋੜ ਰੁਪਇਆ ਛੱਕ ਕੇ ਤੇ ਡਕਾਰ ਮਾਰ ਗਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ। ਜਿਹੜਾ ਐਕਸਾਈਜ਼ ਦਾ ਸਕੈਮ ਤਰੀਕਾਂ ਤੇ ਸਮਾਂ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਉਜਾਗਰ ਕੀਤਾ, ਪਰਸੋਂ ਪ੍ਰੈਸ ਕਾਨਫਰੰਸ ਕੀਤੀ ਤੇ ਕੱਲ ਇਹਨਾਂ ਨੂੰ ਬੇਅਦਬੀ ਦੇ ਇਸ਼ੂ ਤੇ ਸਭ ਕੁਝ ਯਾਦ ਆ ਗਿਆ। ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਆ 500 ਕਰੋੜ ਦੇ ਸਕੈਮ ਤੋਂ। ਤੁਸੀਂ ਬਚ ਨਹੀਂ ਸਕੋਗੇ, ਨਾ ਉਹਦੇ ਤੋਂ ਬਚੋਗੇ, ਨਾ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਿਹੜੀਆਂ ਜਿਹੜੇ ਤੁਹਾਡੇ ਤੋਂ ਤੁਸੀਂ ਗੁਨਾਹ ਕੀਤੇ ਆ, ਨਾ ਉਹਦੇ ਤੋਂ ਬਚੋਗੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਬੜਾ ਸੈਂਸਿਟਿਵ ਸੰਵੇਦਨਸ਼ੀਲ ਮੁੱਦਾ ਆਪਣੇ ਸਭ ਦੇ ਹਿਰਦਿਆਂ ਦੇ ਬੜਾ ਨੇੜੇ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਦੇ ਬੜਾ ਨੇੜੇ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਸ ਮੁੱਦੇ ਤੇ ਲੋਕਾਂ ਨੂੰ ਇਨਸਾਫ ਦਿਓ, ਲੋਕਾਂ ਦੇ ਹਿਰਦੇ ਦੇ ਵਿੱਚ ਠੰਡ ਪਵੇ, ਦੋਸ਼ੀ ਫੜੇ ਜਾਣ ਤੇ ਬਾਮਿਸਾਲ ਉਹਨਾਂ ਨੂੰ ਸਜ਼ਾਵਾਂ ਮਿਲਣ ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਕਾਂਡ ਕਰਨ ਦੀ ਸੋਚ ਵੀ ਨਾ ਸਕੇ ਤੇ ਕੋਈ ਇਹਦੇ ਤੇ ਸਿਆਸਤ ਕਰਨ ਦੀ ਵੀ ਬਾਰੇ ਸੋਚ ਨਾ ਸਕੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਧੰਨਵਾਦ, ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋ। ਇੱਕ ਬੜਾ ਅਹਿਮ ਮੁੱਦਾ